सुनो कथा प्यार नाल, सारी संगत आखो सतनाम। श्री वाहेगुरु साहिब, सतनाम। श्री वाहेगुरु साहिब जी। दोहरा पंच सिंह गढ़ वह होए। पंज सिंह मदन सिंह, कोठा सिंह, दान सिंह, ध्यान सिंह, खजान सिंह गढ़ी तो बाहर निकल के मरे मार अर बृंद। वैरियां नूं सैकड़ियां नूं मार के शहीद हो गए। अपरन चौंप बिलंद भी। बाकी होर ਸਿੰਘਾਂ ਨੂੰ ਜਿਹੜੇ ਅੰਦਰ ਬਚੇ ਸਨ ਇਹ ਚਾਹ ਚੜ ਗਿਆ ਵੀ ਅਸੀਂ ਵੀ ਬਾਹਰ ਨਿਕਲੀਏ, हम इम करे निकंद। ਅਸੀਂ ਵੀ ਇਸ ਤਰ੍ਹਾਂ ਵੈਰੀ ਦੇ ਟੋਟੇ ਕਰੀਏ, ਵੈਰੀ ਦੇ ਆਉ ਲਾਈਏ। ਚੌਪਈ ਮੁਹਕਮ ਸਿੰਘ ਸਤੀਰਜ ਹੋਈ। ਬੜੇ ਧੀਰਜ ਦੇ ਨਾਲ, ਬੜੇ ਹੌਸਲੇ ਦੇ ਨਾਲ ਭਾਈ ਮੋਹਕਮ ਸਿੰਘ ਜੀ ਪੰਜਾਂ ਪਿਆਰਿਆਂ ਵਿੱਚੋਂ ਅੰਮ੍ਰਿਤ ਦੇਨ ਲੈਨ ਮਹਿ ਜੋਈ। ਜਿਹੜੇ ਅੰਮ੍ਰਿਤ ਲੈਣ ਦੇਣ ਵਿੱਚ ਸਨ, ਭਾਵ ਜਿਨ੍ਹਾਂ ਨੇ ਪਹਿਲਾਂ 10ਵੇਂ ਪਾਤਸ਼ਾਹ ਦੇ ਹੱਥੋਂ ਪਹਿਲੀ ਵਾਰੀ ਪੰਜਾਂ ਪਿਆਰਿਆਂ ਨੇ ਅੰਮ੍ਰਿਤ ਛਕਿਆ ਸੀ, ਉਹਨਾਂ 'ਚ ਦੁਆਰਕਾ ਦੇ ਰਹਿਣ ਵਾਲੇ ਛਿੰਬਿਆਂ ਦੀ ਜਾਤੀ ਵਿੱਚੋਂ ਸਨ। ਭਾਈ ਮੋਹਕਮ ਚੰਦ ਅੰਮ੍ਰਿਤ ਛਕ ਕੇ ਮੋਹਕਮ ਸਿੰਘ ਜੀ ਬਣ ਗਏ। ਨਾਮਦੇਵ ਜੀ ਦਾ ਅਵਤਾਰ ਮੰਨੇ ਜਾਂਦੇ ਹਨ। ਇਹ ਸਾਧ ਸੰਗਤ ਜੀ ਮਹਾਰਾਜ ਕੋਲੋਂ ਅੰਮ੍ਰਿਤ ਲਿਆ ਇਹਨਾਂ ਨੇ ਤੇ ਫਿਰ ਮਹਾਰਾਜ ਨੂੰ ਅੰਮ੍ਰਿਤ ਦਿੱਤਾ ਇਹਨਾਂ ਨੇ। ਅੰਮ੍ਰਿਤ ਲੈਣ ਦੇਣ ਮੈਂ ਜੋਈ, ਜਿਹੜੇ ਅੰਮ੍ਰਿਤ ਲੈਣ ਦੇਣ ਵਿੱਚ ਗੁਰੂ ਸਾਹਿਬ ਦੇ ਨਾਲ ਪਹਿਲੇ ਪੰਜ ਪਿਆਰੇ ਹੋਏ ਨੇ, ਉਹਨਾਂ ਚੋਂ ਭਾਈ ਮੋਹਕਮ ਸਿੰਘ ਜੀ ਖੁਸ਼ੀ ਲਈ ਮੈਂ ਜਾਉ ਇਕਾਕੀ। 10ਵੇਂ ਪਾਤਸ਼ਾਹ ਕੋਲੋਂ ਖੁਸ਼ੀ ਮੰਗੇ, ਸੱਚੇ ਪਾਤਸ਼ਾਹ ਮੈਂ ਇਕੱਲਾ ਹੀ ਜਾਵਾਂਗਾ, ਦੁਸ਼ਮਣ ਦੇ ਨਾਲ ਯੁੱਧ ਕਰਨ ਲਈ ਮੈਂ ਨਾਲ ਸਿੰਘਾਂ ਨੂੰ ਨਹੀਂ ਲੈ ਕੇ ਜਾਣਾ, ਕਿਉਂਕਿ ਆਪ ਜੀ ਦਾ ਬਚਨ ਹੈ 1.25 ਲੱਖ ਸੇ ਏਕ ਲੜਾਊਂ, ਤਬੈ ਗੋਬਿੰਦ ਸਿੰਘ ਨਾਮ ਕਹਾਊਂ। ਸੋ ਮੈਂ ਇਕੱਲਾ ਹੀ ਗੜੀ ਤੋਂ ਬਾਹਰ ਜਾਣਾ ਚਾਹੁੰਦਾ ਹਾਂ, ਨਾਲ ਹੋਰ ਕਿਸੇ ਸਿੰਘ ਨੂੰ ਲੈ ਕੇ ਨਹੀਂ ਜਾਣਾ। ਵਿਖੋ ਲੜਾਈ ਨਿਜ ਕਰਨਾ ਕੀ। ਇਹ ਸੱਚੇ ਪਾਤਸ਼ਾਹ ਜੀ ਮੈਂ ਇਕੱਲਾ ਜਾ ਕੇ 10 ਲੱਖ ਨਾਲ ਯੁੱਧ ਕਰਨਾ ਚਾਹੁੰਦਾ। ਮਹਾਰਾਜ ਤੁਸੀਂ ਆਪਣੀ ਕਿਰਪਾ ਦਾ ਜੰਗ ਵੇਖੋ। ਦੇਖੋ ਸਾਧ ਸੰਗਤ ਜੀ ਖਾਲਸੇ ਦੇ ਬੋਲੇ ਕਿਹੋ ਜਿਹੇ ਹਨ। ਸਾਡੇ ਵਰਗੇ ਕੱਚੇ ਪਿੱਲੇ ਕਹਿਣਗੇ ਮੇਰੀ ਲੜਾਈ ਵੇਖੋ, ਮੇਰੇ ਜ਼ੋਰ ਵੇਖੋ, ਜਾਂ ਮੈਂ ਕੰਮ ਕਰਦਾ ਮੇਰਾ ਕੰਮ ਵੇਖੋ। ਸਿੰਘਾਂ ਨੇ ਇਹ ਨਹੀਂ ਕਿਹਾ ਮੇਰਾ ਵੇਖੋ, ਕਹਿੰਦੇ ਮਹਾਰਾਜ ਕਰਨ ਵਾਲੇ ਤੇ ਆਪ ਹੀ ਹੋ, ਆਪਣੀ ਕਿਰਪਾ ਦਾ ਯੁੱਧ ਵੇਖੋ। ਦੇਖੋ ਲੜਾਈ ਨਿਜ ਕਰੁਣਾ ਕੀ, ਆਪਣੀ ਕਰੁਣਾ ਦਾ, ਆਪਣੀ ਬਖਸ਼ਿਸ਼ ਦਾ ਯੁੱਧ ਵੇਖੋ, ਕਿਉਂਕਿ ਯੁੱਧ ਤੁਹਾਡੀ ਬਖਸ਼ਿਸ਼ ਨੇ ਕਰਨਾ, ਤੁਹਾਡੀ ਕਿਰਪਾ ਨੇ ਕਰਨਾ ਹੈ। ਸੱਚੇ ਪਾਤਸ਼ਾਹ ਜੀ ਹੁਕਮ ਕਰਿਓ ਗੁਰ ਸਾਹਿਬ ਪੂਰੇ। ਭਾਈ ਮੋਹਕਮ ਸਿੰਘ ਦੀ ਭਾਵਨਾ ਜਾਣ ਕੇ ਉਹਨਾਂ ਨੂੰ ਇਕੱਲੇ ਜਾਣ ਦਾ ਹੁਕਮ ਸੱਚੇ ਪਾਤਸ਼ਾਹ ਜੀ ਨੇ ਦਿੱਤਾ। ਲੜ੍ਹੇ ਲੱਖ ਸੋਂ ਇੱਕ ਸਿੰਘ ਸੂਰੇ। ਮਹਾਰਾਜ ਕਹਿੰਦੇ ਇਦਾਂ ਹੀ ਹੋਣਾ ਸਾਡਾ ਬਚਨ ਪੂਰਾ, ਲੱਖਾਂ ਨਾਲ ਕੱਲਾ ਕੱਲਾ ਸਿੰਘ ਲੜੇਗਾ। ਸਾਚ ਬਚਨ ਅਬ ਕਰ ਦਿਖਰਾਵੋ। ਉਹ ਬਚਨ ਜਿਹੜੇ ਅੰਬਾਲੇ ਦੀ ਧਰਤੀ ਤੇ ਕੀਤੇ ਸੀ, ਜਦੋਂ ਮਹਾਰਾਜ ਪਟਨਾ ਸਾਹਿਬ ਤੋਂ ਆਏ ਨੇ, ਪਹਿਲਾਂ ਸਭ ਤੋਂ ਲਖਨੌਰ ਸਾਹਿਬ ਰਹੇ ਨੇ, ਉੱਥੇ ਮਾਮਾ ਮੇਹਰ ਚੰਦ 10ਵੇਂ ਪਾਤਸ਼ਾਹ ਦੇ ਮਾਮਾ ਜੀ ਰਹਿੰਦੇ ਸੀ। ਉਹਨਾਂ ਕੋਲ 1 ਸਾਲ ਮਹਾਰਾਜ ਮਾਤਾ ਗੁਜਰੀ ਜੀ, ਕਲਗੀਧਰ ਪਾਤਸ਼ਾਹ ਜੀ, ਮਾਮਾ ਕਿਰਪਾਲ ਚੰਦ ਜੀ ਲਖਨੌਰ ਸਾਹਿਬ ਰਹੇ ਨੇ। ਅੱਜ ਵੀ ਉੱਥੇ ਮਾਤਾ ਜੀ ਦੇ ਪਲੰਗ, ਫੋਲਡਿੰਗ ਪਲੰਗ ਪੁਰਾਣੇ ਜ਼ਮਾਨੇ ਦੇ ਬਣੇ ਹੋਏ ਅੱਜ ਵੀ ਮੌਜੂਦ ਹਨ। ਮਾਤਾ ਗੁਜਰੀ ਜੀ ਦੀਆਂ ਪਰਾਤਾਂ ਆਟਾ ਗੁੰਨਣ ਵਾਲੀਆਂ ਲੱਕੜ ਦੀਆਂ ਮੌਜੂਦ ਹਨ। ਕਲਗੀਧਰ ਜੀ ਦਾ ਪਲੰਗ ਹੈ, ਉਹਨਾਂ ਦੇ ਪਲੰਗ ਦੇ ਪਾਵੇ ਹਨ। ਸਤਿਗੁਰਾਂ ਦੇ ਸ਼ਸਤਰ ਹਨ, ਕਮਰ ਕਸੇ ਦੇ ਤੀਰ ਹਨ, ਢਾਲਾਂ ਹਨ। ਉਸ ਅਸਥਾਨ ਤੇ ਜਾ ਕੇ ਦਰਸ਼ਨ ਕੀਤੇ ਜਾ ਸਕਦੇ। ਉੱਥੋਂ ਚੱਲ ਕੇ ਮਹਾਰਾਜ ਨਰੇੜੀ ਪਿੰਡ ਗਏ ਤੇ ਨਰੇੜੀ ਤੋਂ ਅੰਬਾਲੇ ਆਏ। ਅੰਬਾਲੇ ਦਾ ਕਾਜੀ ਨੂਰਦੀਨ ਸੀਗਾ ਸ਼ਾਹੀ ਬਾਗ ਦੇ ਵਿੱਚ, ਜਿੱਥੇ ਬਾਦਸ਼ਾਹ ਦਾ ਬਾਗ, ਹੁਣ ਵੀ ਗੁਰਦੁਆਰੇ ਦਾ ਨਾਮ ਬਾਦਸ਼ਾਹੀ ਬਾਗ ਹੈ। ਉਹ 25 ਖੂਹਾਂ ਵਾਲਾ ਬਹੁਤ ਵੱਡਾ ਬਾਗ ਹੁੰਦਾ ਸੀ ਕਿਸੇ ਜ਼ਮਾਨੇ ਵਿੱਚ। ਦਿੱਲੀ ਤੋਂ ਲਾਹੌਰ ਤੇ ਲਾਹੌਰ ਤੋਂ ਦਿੱਲੀ ਜਾਂਦਾ ਹਿੰਦੁਸਤਾਨ ਦਾ ਬਾਦਸ਼ਾਹ ਉਸ ਬਾਗ ਵਿੱਚ ਆਰਾਮ ਕਰਿਆ ਕਰਦਾ ਸੀ, ਠਹਿਰਿਆ ਕਰਦਾ ਸੀ। ਕਲਗੀਧਰ ਜਦੋਂ ਬਾਗ 'ਚ ਪਹੁੰਚੇ, ਕਾਜੀ ਨੂਰਦੀਨ ਨੇ ਵੇਖਿਆ ਗੁਰੂ ਸਾਹਿਬ ਕੋਲ ਬਾਜ ਬੜਾ ਸੋਹਣਾ। ਬਾਜ ਖੋਹਣ ਦਾ ਇਰਾਦਾ ਲੈ ਕੇ ਕਹਿੰਦਾ ਜੀ ਬਾਜ ਨਾਲ ਬਾਜ ਲੜਾ ਲਓ। ਮਹਾਰਾਜ ਕਹਿੰਦੇ ਕਾਜੀ ਸਾਹਿਬ ਬਾਜ ਨਾਲ ਬਾਜ ਲੜਾਇਆ ਤੇ ਕੀ ਲੜਾਇਆ, ਇੰਝ ਕਰਦੇ ਆ ਆਪਾਂ ਚਿੜੀਆਂ ਨਾਲ ਬਾਜ ਲੜਾਉਂਦੇ ਹਾਂ। ਤੁਸੀਂ ਆਪਣੀਆਂ ਚਿੜੀਆਂ ਕੱਢੋ ਤੇ ਸਾਡਾ ਬਾਜ ਕੱਢਾਂਗੇ ਤੇ ਫੇਰ ਲੜਾਂਗੇ। ਕਾਜੀ ਹੱਸ ਕੇ ਕਹਿੰਦਾ ਮਹਾਰਾਜ ਮਜ਼ਾਕ ਕਰਦੇ,
ਤੁਸੀਂ ਆਪਣਾ ਬਾਜ ਕੱਢੋਗੇ ਤੇ ਮੇਰੀਆਂ ਚਿੜੀਆਂ ਖਾ ਕੇ ਨਾਸ਼ਤਾ ਪਾਣੀ ਕਰਕੇ ਬਾਜ ਤੁਰ ਜਾਏਗਾ ਤੁਹਾਡਾ। ਮਹਾਰਾਜ ਕਹਿੰਦੇ ਉਲਟਾ ਕਰ ਲੈਂਦੇ ਆ, ਤੂੰ ਆਪਣਾ ਬਾਜ ਕੱਢ, ਅਸੀਂ ਚਿੜੀਆਂ ਕੱਢ ਦਿੰਦੇ। ਉਹ ਬੜਾ ਹੈਰਾਨ ਹੋਇਆ। ਉੱਥੇ ਸਾਧ ਸੰਗਤ ਜੀ ਹੁਣ ਤਾਂ ਉਹ ਦਰਖਤ ਕੱਟ ਦਿੱਤਾ ਹੈ, ਜੰਬੋਏ ਦਾ ਦਰਖਤ ਹੁੰਦਾ ਸੀ ਵੱਡਾ। ਮੇਰਾ ਖਿਆਲ ਹੈ ਬਈ ਆਪਣਾ ਜਿੱਦਾਂ ਕਿ ਆਪਣਾ ਆ ਸਟੇਜ ਹੈ ਨਾ, ਇਸ ਤੋਂ ਵੀ ਵੱਡਾ ਉਹਦਾ ਤਣਾ ਸੀਗਾ ਉਹਦਾ ਜਿਹੜਾ ਦਰਖਤ ਦਾ, ਬਹੁਤ ਵੱਡਾ ਦਰਖਤ ਸੀ। ਅਸੀਂ ਤਾਂ ਉਹਦੇ ਥੱਲੇ ਖੇਡਦੇ ਰਹੇ, ਉਹਦੇ ਜਾਮਣ ਵੀ ਖਾਂਦੇ ਰਹੇ ਹਾਂ। ਉਹਦੇ ਨਾਲ ਘੋੜਾ ਬੰਨਿਆ ਹੋਇਆ ਸੀ ਮਹਾਰਾਜ ਨੇ, ਤੇ ਉੱਤੇ ਦਰਖਤ ਤੇ ਚਿੜੀਆਂ ਬੈਠੀਆਂ ਸਨ ਦੋ। ਮਹਾਰਾਜ ਨੇ ਕਿਹਾ ਤੂੰ ਬਾਜ ਆਪਣਾ ਛੇੜ ਤੇ ਵੇਖ ਸਾਡੀਆਂ ਚਿੜੀਆਂ ਦਾ ਪ੍ਰਤਾਪ। ਚਿੜੀਆਂ ਨੂੰ ਇਸ਼ਾਰਾ ਹੀ ਕੀਤਾ, ਉਹ ਬਾਜ ਨੂੰ ਪੈ ਗਈਆਂ। 1 ਕਿਲੋਮੀਟਰ ਅਸਮਾਨ 'ਚ ਜੰਗ ਹੁੰਦਾ ਰਿਹਾ, ਕਿਲੋਮੀਟਰ ਜਾ ਕੇ ਤੇ ਮਹਾਰਾਜ ਦੇ ਬਾਜ, ਮਹਾਰਾਜ ਦੀ ਚਿੜੀਆਂ ਨੇ ਉਹਦਾ ਕਾਜੀ ਦਾ ਬਾਜ ਬੋਟੀ ਕਰ। ਜਿੱਥੇ ਬਾਜ ਡਿੱਗਾ ਉੱਥੇ ਖੂਹ ਤੇ महाराज पहुँच के ਉੱਥੇ ਖੜ ਕੇ बचन किया, चिड़ियों से मैं बाज तुड़ाऊँ, गिदड़ों से मैं शेर बनाऊँ, 1.25 लाख से एक लड़ाऊँ, तब गोबिंद सिंह नाम कहूँ। वो बचन ਜਿਹੜੇ ਮਹਾਰਾਜ ਨੇ ਕੀਤੇ ਸੀ, ਮਹਾਰਾਜ ਕਹਿੰਦੇ ਭਾਈ ਮੋਹਕਮ ਸਿੰਘ ਜੀ ਅੱਜ ਪੂਰੇ ਕਰ ਦਿਓ। ਬੇਈਮਾਨ ਕਨ ਮਾਰ ਗਿਰਾਵੋ, ਇਹਨਾਂ ਬੇਈਮਾਨਾਂ ਨੂੰ ਜਿਹੜੇ ਧਰਮ ਤੋਂ ਗਿਰੇ ਹੋਏ ਨੇ ਮਾਰ ਸੁੱਟੋ। ਸੁਨਤ ਹੁਕਮ ਕੋ ਵਹਿਰ ਸਿਧਾਰਾ, ਭਾਈ ਮੋਹਕਮ ਸਿੰਘ ਮਹਾਰਾਜ ਦਾ ਹੁਕਮ ਪਾ ਕੇ ਤਿਆਰ ਬਰ ਤਿਆਰ ਕਮਰ ਕਸਾ ਕਰਕੇ ਗੜੀ ਤੋਂ ਬਾਹਰ ਨਿਕਲੇ। ਵਜੇ ਲੋਹ ਸੋ ਲੋਹ ਕਰਾਰਾ, ਜਿੱਥੇ ਲੋਹੇ ਤੇ ਲੋਹਾ ਖੜਕ ਰਿਹਾ, ਢਾਲ ਤਲਵਾਰ ਖੜਕ ਰਹੀ, ਯੁੱਧ ਹੋਣ ਲੱਗਾ ਹੈ। ਦਲ ਮਲੇਸ਼ ਕੋ ਜਲ ਨਿਧ ਭਾਰਾ, ਕਹਿੰਦੇ ਮਲੇਸ਼ੀਆਂ ਦਾ ਦਲ ਵੈਰੀ ਦੀ ਫੌਜ ਸਮੁੰਦਰ ਦੀ ਤਰ੍ਹਾਂ ਹੈ। ਹੁਕਮ ਸਿੰਘ ਮਕਰ ਆਕਾਰਾ, ਤੇ ਭਾਈ ਮੋਹਕਮ ਸਿੰਘ ਜੀ ਮਗਰਮੱਛ ਦੀ ਤਰ੍ਹਾਂ ਜਾ ਵੜੇ ਹਨ ਜੰਗ ਦੇ ਵਿੱਚ। ਸਾਧ ਸੰਗਤ ਜੀ ਜੋ ਨਿਹੰਗ ਸਿੰਘ ਸ਼ਬਦ ਹੈ ਇਹ ਮਗਰਮੱਛ ਦੇ ਵਾਸਤੇ ਹੈ। ਫਾਰਸੀ ਚ ਨਿਹੰਗ ਕਹਿੰਦੇ ਮਗਰਮੱਛ ਨੂੰ। ਭਾਈ ਨੰਦ ਲਾਲ ਜੀ ਬਹੁਤ ਸੋਹਣੇ ਬਚਨ ਲਿਖਦੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਬਾਰੇ। ਭਾਈ ਸਾਹਿਬ ਲਿਖਦੇ ਹੈ ਕਿ ਬਹਿਰੇ ਤਹਾਰ ਦਮਿੰਦਾ ਨਿਹੰਗ, ਕਿ ਬਹਿਰੇ ਤਹਾਰ ਜੰਗ ਦਾ ਜਿਹੜਾ ਸਮੁੰਦਰ ਹੈ, ਇੱਕ ਦਾ ਪਾਣੀ ਦਾ ਸਮੁੰਦਰ ਹੈ, ਇੱਕ ਜੰਗ ਦਾ ਸਮੁੰਦਰ ਹੈ। ਜੰਗ ਦੇ ਸਮੁੰਦਰ 'ਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਿਹੰਗ ਹਨ, ਯਾਨੀ ਮਗਰਮੱਛ ਹਨ। ਜਿਵੇਂ ਸਮੁੰਦਰ ਦੇ ਵਿੱਚ ਰਹਿਣਾ ਤੇ ਮਗਰਮੱਛ ਨਾਲ ਦੁਸ਼ਮਣੀ, ਇਹ ਕਹਿੰਦੇ ਚੱਲਦੀ ਨਹੀਂ। ਪਾਣੀ 'ਚ ਰਹਿਣਾ ਹੋਵੇ ਤੇ ਮਗਰਮੱਛ ਨਾਲ ਦੋਸਤੀ ਬਣਾ ਕੇ ਰਿਹਾ ਜਾ ਸਕਦਾ, ਦੁਸ਼ਮਣੀ ਪਾ ਕੇ ਨਹੀਂ ਰਿਹਾ ਜਾ ਸਕਦਾ। ਜੰਗ ਦੇ ਸਮੁੰਦਰ 'ਚ ਗੁਰੂ ਗੋਬਿੰਦ ਸਿੰਘ ਨਾਲ ਕੋਈ ਪੂਰਾ ਨਹੀਂ ਉਤਰ ਸਕਦਾ। ਭਾਈ ਨੰਦ ਲਾਲ ਜੀ ਦੇ ਕਹਿਣ ਦਾ ਇਹ ਮਤਲਬ। ਭਾਈ ਮੋਹਕਮ ਸਿੰਘ ਜੀ ਕਹਿੰਦੇ ਸਮੁੰਦਰ ਦੇ ਵਿੱਚ ਵੜ ਗਏ ਮਗਰਮੱਛ ਦੀ ਤਰ੍ਹਾਂ। ਜਿਵੇਂ ਮਗਰਮੱਛ ਸਮੁੰਦਰ ਨੂੰ ਹਿਲਾ ਦਿੰਦਾ ਤੇ ਉਹ ਮਗਰਮੱਛ ਸਮੁੰਦਰ ਦਾ ਰਾਜਾ ਹੁੰਦਾ। ਜਿਵੇਂ ਜੰਗਲ ਦਾ ਰਾਜਾ ਸ਼ੇਰ ਹੁੰਦਾ। ਖਾਲਸੇ ਨੂੰ ਮਹਾਰਾਜ ਨੇ ਸਿੰਘ ਸ਼ਬਦ ਵੀ ਦਿੱਤਾ ਤੇ ਨਿਹੰਗ ਸ਼ਬਦ ਵੀ ਦਿੱਤਾ। ਦੋ ਹੀ ਚੀਜ਼ਾਂ ਨੇ, ਜਾਂ ਧਰਤੀ ਹੈ ਜਾਂ ਪਾਣੀ। ਧਰਤੀ ਦੇ ਉੱਤੇ ਸਿੰਘ ਦਾ ਰਾਜ ਹੈ, ਸਮੁੰਦਰ ਦੇ ਵਿੱਚ ਮਗਰਮੱਛ ਦਾ ਨਿਹੰਗ ਦਾ ਰਾਜ ਹੈ। ਸੋ ਮਹਾਰਾਜ ਕਹਿੰਦੇ ਵੀ ਭਾਈ ਮੋਹਕਮ ਸਿੰਘ ਜੀ ਇਉਂ ਜਾ ਬੜੇ ਸਮੁੰਦਰ, ਵੈਰੀ ਦੇ ਸਮੁੰਦਰ ਦੇ ਵਿੱਚ, ਦੁਸ਼ਮਣ ਦੇ ਦਲ ਦੇ ਵਿੱਚ, ਜਿਵੇਂ ਮਗਰਮੱਛ ਜਾ ਵੜਦਾ ਹੈ। ਬਰਿਓ ਬੀਚ ਇਤ ਉਤ ਫਿਰ ਤਬੈ, ਜਿਵੇਂ ਮਗਰਮੱਛ ਪਾਣੀ ਨੂੰ ਹਿਲਾ ਦਿੰਦਾ, ਏਦਾਂ ਜਾ ਕੇ ਦੁਸ਼ਮਣ ਦੇ ਦਲਾਂ ਨੂੰ ਹਿਲਾ ਕੇ ਰੱਖ ਦਿੱਤਾ। ਹਲਾ ਚਲੀ ਮਹਿ ਪ੍ਰਾਪਤ ਸਭ ਹੈ, ਹਲਾ ਚਲੀ ਮਚਾ ਦਿੱਤੀ। ਫਿਰ ਤਾਂ ਕੋਈ ਇੱਧਰ ਉੱਧਰ ਖਲਬਲੀ ਮਚਾ ਦਿੱਤੀ। ਏਲੋ ਹੋਣ ਤੋਂ ਰੰਗ ਵਿਸਾਲੇ, ਕਹਿੰਦੇ ਜਿਹੜੇ ਹੱਲੇ ਹੁੰਦੇ ਨੇ ਨਾ, ਹੱਲੇ ਉਹ ਏਦਾਂ ਨੇ ਜਿਵੇਂ ਪਾਣੀ ਦੀਆਂ ਲਹਿਰਾਂ ਉੱਠ ਕੇ ਆਉਂਦੀਆਂ ਨੇ। ਸਿੰਘ ਮਕਰ ਕਹੇ ਖੜਗ ਉਠਾਲੇ, ਤੇ ਭਾਈ ਸਾਹਿਬ ਭਾਈ ਮੋਹਕਮ ਸਿੰਘ ਮਗਰਮੱਛ ਦੀ ਤਰ੍ਹਾਂ ਤੇਗ ਲੈ ਕੇ ਉਹਨਾਂ ਲਹਿਰਾਂ ਦੇ ਵਿੱਚ ਵਿਚਰਦਾ ਹੈ। ਸਨਮੁਖ ਜਿਸੇ ਬੰਗਾਰਾ, ਜਿਹਨੂੰ ਜਾ ਕੇ ਵੰਗਾਰਿਆ ਹੈ, ਲਲਕਾਰਿਆ ਹੈ ਸਾਹਮਣੇ। ਅਰਧੋ ਅਰਧ ਚੀਰ ਸੋ ਡਾਰਾ, ਮੋਹਕਮ ਸਿੰਘ ਨੇ ਇੱਕੋ ਵਾਰ ਨੂੰ ਅੱਧੋ ਅੱਧ ਚੀਰ ਸੁੱਟਿਆ। ਤਲਵਾਰ ਮੋਢਿਓਂ ਮਾਰਦਾ ਸੀ, ਬੱਖੀ ਤੱਕ ਲਗਾ ਦਿੰਦਾ ਸੀ। ਰਸਿਓ ਸਿੰਘ ਮੁਖ ਭੀਮ ਵਿਸਾਲਾ, ਕਹਿੰਦੇ ਲਾਲੋ ਲਾਲ ਚਿਹਰਾ, ਅੱਖਾਂ ਲਾਲ ਹੋਈਆਂ, ਵੀਰ ਰਸ ਵਿੱਚ ਆਇਆ ਗੁਰੂ ਕਾ ਸਿੰਘ। ਮੁਖ ਨਾ ਹੋਏ ਸਕਹਿ ਜਨ ਕਾਲਾ, ਉਹਦੇ ਸਾਹਮਣੇ ਕੋਈ ਅੱਖਾਂ ਚੁੱਕ ਕੇ ਵੇਖ ਨਹੀਂ ਸਕਦਾ ਸੀ, ਮਾਨੋ ਕਾਲ ਦਾ ਹੀ ਰੂਪ
ਪਾ ਗਿਆ ਸੀ। ਸੇਲੇ ਭਾਲੇ ਸੰਗ ਪ੍ਰਹਾਰੈ, ਦੁਸ਼ਮਣਾਂ ਦੀਆਂ ਫੌਜਾਂ ਉਹਦੇ ਤੇ ਸੇਲਿਆਂ ਨਾਲ, ਭਾਲਿਆਂ ਨਾਲ, ਸਾਂਗਾਂ ਨਾਲ ਵਾਰ ਕਰਦੀਆਂ ਸਨ। ਤੋਮਰ ਵੀਰ ਗਰਸ ਧਰ ਮਾਰੈ, ਤੇ ਭਾਈ ਸਾਹਿਬ ਕਦੇ ਖੰਡੇ ਨਾਲ, ਕਿਤੇ ਬਰਛੇ ਨਾਲ, ਕਿਤੇ ਤਲਵਾਰ ਨਾਲ ਯੁੱਧ ਕਰਦਾ, ਵੈਰੀ ਨੂੰ ਚੀਰ ਚੀਰ ਸੁੱਟਦਾ ਹੈ। ਆਂਦਤ ਸਬਨ ਬਚਾਵਤ ਕਹਾਵਤ, ਕਹਿੰਦੇ ਵੈਰੀ ਦੇ ਵਾਰ ਬਚਾਉਣ ਲਈ ਛਾਲ ਮਾਰ ਕੇ ਪੈਂਤੜਾ ਬਦਲ ਲੈਂਦਾ ਤੇ ਆਪਣੇ ਘੋੜੇ ਤੋਂ ਵੀ ਪੈਂਤੜਾ ਬਦਲਾ ਲੈਂਦਾ ਹੈ। ਆਵਤ ਕਾਟਤ ਖੜਗ ਚਲਾਵਤ, ਦੌੜ ਦੌੜ ਕੇ ਦੁਸ਼ਮਣ ਤੇ ਖੜਗ ਦਾ ਵਾਰ ਕਰਦਾ ਹੈ। ਜਿਤ ਦਿਸ ਜਾਤ ਸ੍ਰੀ ਗਰਸ ਤੇ ਦੌਰ, ਜਿੱਧਰ ਤੇਜ਼ੀ ਨਾਲ ਦੌੜ ਕੇ ਜਾਂਦਾ ਹੈ। ਰਿਪ ਇਤ ਉਤ ਹੋਏ ਤਿਆਗਤ ਠੌਰ, ਉਹ ਵੈਰੀ ਇੱਧਰ ਉੱਧਰ ਹੋ ਜਾਂਦੇ ਨੇ, ਰਾਹ ਛੱਡ ਦਿੰਦੇ ਨੇ। ਨਿਰਭੈ ਵੀਰ ਬਾਂਕੋ ਮੁਖ ਲਾਲੀ, ਬਾਬਾ ਮੋਹਕਮ ਸਿੰਘ ਨਿਰਭੈ ਸੂਰਮਾ ਹੈ, ਭੈ ਉਹਦੇ ਨੇੜੇ ਵੀ ਨਹੀਂ ਆਉਂਦਾ। ਨਿਰਭਉ ਜਪੈ ਸਗਲ ਭਉ ਮਿਟੈ, ਭੈ ਤੋਂ ਰਹਿਤ ਹੋ ਕੇ ਚਿਹਰਾ ਲਾਲੋ ਲਾਲ ਹੋਇਆ ਪਿਆ ਹੈ। ਸ਼ਮਸ਼ ਮੂਸ ਦੁਐ ਬੰਖ ਵਿਸਾਲੀ, ਮੁਛਹਿਰੇ ਉਤਾਂ ਨੂੰ ਚੜੇ ਹੋਏ ਨੇ, ਕੁੰਡੇ ਨੇ ਮੁਛਹਿਰੇ ਹਨ ਤੇ ਦਾੜਾ ਸਾਧ ਸੰਗਤ ਦੀ ਬੱਬਰ ਸ਼ੇਰ ਵਰਗਾ ਹੈ। ਰੂਪ ਭਯੰਕਰ ਜਮ ਹੈ ਮਾਨੋ, ਭਿਆਨਕ ਬੱਬਰ ਸ਼ੇਰ ਵਰਗਾ ਸਰੂਪ ਹੈ, ਜਿਵੇਂ ਬੱਬਰ ਸ਼ੇਰ ਦਾ ਦਾੜਾ ਹੁੰਦਾ। ਸਾਧ ਸੰਗਤ ਜੀ ਮਹਾਰਾਜ ਨੇ ਖਾਲਸੇ ਨੂੰ ਇਹ ਦਾੜੇ ਕੇਸ ਤਿਆਰ ਬੋ ਤਿਆਰੀ ਦੀ ਨਿਸ਼ਾਨੀ ਦਿੱਤੀ ਹੈ। ਜਿਵੇਂ ਸ਼ੇਰ ਬੱਬਰ ਦਾ ਚਿਹਰਾ ਵੇਖ ਕਦੀ ਦਾੜੀ ਮੁੱਛ ਮਿਲਣੀ ਹੈ ਬੱਬਰ ਸ਼ੇਰ ਨੇ, ਕਦੀ ਕਿਸੇ ਨੇ ਸ਼ੇਰ ਦੀ ਹਜਾਮਤ ਨਹੀਂ ਕੀਤੀ। ਸਾਡੇ ਹਰਿਆਣੇ 'ਚ ਇੱਕ ਸ਼ਹਿਰ ਹੈ ਨੀਰ ਸਿੰਘ ਕਰਨਾਲ ਦੇ ਲਾਗੇ, ਉੱਥੇ 1982 'ਚ ਬਾਬਾ ਜਰਨੈਲ ਸਿੰਘ ਜੀ ਸੰਤ ਭਿੰਡਰਾਂ ਵਾਲੇ ਮਹਾਂਪੁਰਸ਼ ਉਹ ਲੈਕਚਰ ਦੇਣ ਚਲੇ ਗਏ। ਉਹ ਇਲਾਕਾ ਪੰਜਾਬੀਆਂ ਦਾ, ਪਿੱਛੇ ਜੀ ਰੌਲਾ ਵੀ ਉੱਥੇ ਹੀ ਪਿਆ ਸੀ। ਉਹ ਸੰਤਾਂ ਦੀ ਤਸਵੀਰ ਉੱਥੇ ਲੱਗੀ ਸੀ ਤੇ ਉਹ ਮੁੱਖ ਮੰਤਰੀ ਗਿਆ ਨਹੀਂ ਸੀ। ਉਸੇ ਪਿੰਡ ਦੀ ਗੱਲ, ਉੱਥੇ ਉਹ ਸੰਤਾਂ ਨੇ ਜਦੋਂ ਲੈਕਚਰ ਦਿੱਤਾ ਤੇ ਕਹਿਤਾ ਬਈ ਭੇਡ ਜਿਹੜੀ ਹੈ ਨਾ ਉਹ 6 ਮਹੀਨਿਆਂ ਬਾਅਦ ਮੰਨੀ ਜਾਂਦੀ ਹੈ, ਪਰ ਤਾਂ ਮੰਨਦੇ ਆ ਵੀ ਉਹਦੇ ਸਿਰ ਤੇ ਗੋਡਾ ਰੱਖਦੇ। ਕਈ ਵਾਰੀ ਸੰਤ ਕਥਾ ਕਹਿੰਦੇ ਉਹਦੇ ਸਿਰ ਤੇ ਗੋਡਾ ਰੱਖਦੇ ਤਾਂ ਉਹ ਸਿਰ ਨੂੰ ਮਨਾਉਂਦੀ ਆਪਣਾ। ਕਹਿੰਦੇ ਤੁਸੀਂ ਉਂਝ ਮੁੰਡਦੇ ਮਨਾਈ ਜਾਂਦੇ ਹੋ। ਉਹ ਸਿੱਖਾਂ ਨੇ ਤਾਂ ਜਦੋਂ ਸੁਣਿਆ ਹੀ, ਉੱਥੇ ਇੱਕ ਜਾਟ ਸੀਗਾ, ਉਹਦਾ ਨਾਂ ਸੀਗਾ ਜੀਤ ਮੱਲ, ਉਹਨੇ ਸੁਣ ਲਈ। ਉਹ ਸਾਡੇ ਨਾਲ ਬਹੁਤ ਚਿਰ ਰਿਹਾ ਸੀ। ਉਹ ਕਹਿੰਦਾ ਵੀ ਉਹ ਬੋਲਦਾ ਸੀ ਉੱਧਰ ਦੀ ਬੋਲੀ। ਉਹ ਕਹਿੰਦੇ ਮਾਰੇ ਗਾँव में भींडरा वाला आया था, बोलिया कह भेड़ जिब मुंडा है, जिब उसके सिर पर गोडा रखना, हम उई मुंडा। हरियाणे की बोली मेरा ख्याल इत्थों के बच्चों को नहीं समझ आई, तो उन्होंने मतलब भी तुसीं उई सिर मुंडाई जांदे। कहते मैंने सोचा भी इब मुंडने का, उन्हें अमृत छक लिया। अमृत छक लिया, ਤਿਆਰ ਪਰ ਤਿਆਰ ਢਾਲ ਤਲਵਾਰ ਪਾ ਕੇ ਬਰਛਾ ਹੱਥ 'ਚ ਰੱਖਦਾ ਹੁੰਦਾ ਸੀ। ਫਿਰ ਉਹਨੇ ਕੋਈ ਜੰਗੀ ਮੋਰਚਾ ਵੀ ਕਰਤਾ ਸੀ। ਚਲੋ ਲੰਮੀ ਕਥਾ ਆਪਾਂ ਉਧਰ ਜਾਈਏ। ਨਾਂ ਉਹਦਾ ਰੱਖਿਆ ਸੀ ਹਰੀ ਸਿੰਘ। ਹਰੀ ਸਿੰਘ ਸੀ, ਬਜ਼ੁਰਗ ਹੋ ਗਿਆ ਸੀ। ਸੋ ਇਹ ਜਿਹੜੇ ਕੇਸ ਨੇ ਨਾ, ਇਹ ਸ਼ੇਰ ਦੀ ਨਿਸ਼ਾਨੀ ਹੈ। ਜਿਹੜਾ ਮੁਨਾਣਾ ਉਹ ਪੇਟ ਦੀ ਨਹੀਂ ਗੱਲ। ਤੇ ਦਾੜੇ ਜਦੋਂ ਐਨ ਸਿੰਘਾਂ ਦੇ ਮੁਸ਼ਹਿਰੇ ਚੜੇ ਹੁੰਦੇ ਸੀ, ਦਮਾਲੇ ਸਜੇ ਹੁੰਦੇ ਸੀ, ਤੇ ਦੁਸ਼ਮਣ ਜਿਹੜਾ ਸੀ ਨਾ ਵੇਖ ਕੇ ਉਂਝ ਡਰ ਜਾਂਦਾ ਸੀ। ਸ਼ੇਰ ਦਾ ਰੂਪ ਭਾਈ ਸਾਹਿਬ ਭਾਈ ਮੋਹਕਮ ਸਿੰਘ ਜੀ ਕਰਾ ਚੋਲ ਕੇ ਦੰਡ ਪਛਾਨੋ, ਕਹਿੰਦੇ ਉਹਦੇ ਹੱਥ ਦਾ ਖੰਡਾ ਏਦਾਂ ਸੀਗਾ ਵੀ ਜਿਵੇਂ ਜਮਾਂ ਦਾ ਡੰਡਾ ਹੁੰਦਾ। ਜਮ ਦਾ ਡੰਡਾ ਤੈਨੂੰ ਵੀ ਪੈਂਦਾ, ਉਹਨੂੰ ਦੂਜੀ ਵਾਰੀ ਸਾਹ ਥੋੜਾ ਲੈਣ ਦਿੰਦਾ। ਕਹਿੰਦੇ ਭਾਈ ਸਾਹਿਬ ਦਾ ਏਦਾਂ ਲੱਗਦਾ ਸੀ ਜਿਵੇਂ ਜਮ ਦਾ ਰੂਪ ਆ ਗਏ ਨੇ ਮੁਕਤਾਂ ਵਾਸਤੇ, ਕਾਲ ਦਾ ਰੂਪ ਆ ਗਏ ਨੇ, ਤੇ ਹੱਥ ਦਾ ਖੰਡਾ ਇਉਂ ਸੀ ਜਿਵੇਂ ਜਮ ਦਾ ਡੰਡਾ ਹੁੰਦਾ। ਮਾਰਤ ਘਾਇਲ ਹੋਵਾ, ਵੈਰੀਆਂ ਨੂੰ ਮਾਰਦਾ ਮਾਰਦਾ ਜ਼ਖਮੀ ਹੋ ਗਿਆ। ਬਹੁ ਰੁਦਰ ਬਹੁ ਹਰਕਤ ਜੋਵਾ, ਕਹਿੰਦੇ ਸਰੀਰ ਚੋਂ ਖੂਨ ਦੀਆਂ ਤਤੀਰੀਆਂ ਵਗਦੀਆਂ ਤੇ ਆਪਣਾ ਵਗਦਾ ਹੋਇਆ ਖੂਨ ਵੇਖ ਕੇ ਖੁਸ਼ ਹੁੰਦਾ। ਜਿੰਨਾ ਲਹੂ ਵਗਦਾ ਸਰੀਰ 'ਚ ਓਨੀ ਖੁਸ਼ੀ ਚੜ੍ਹਦੀ, ਲਾਲੀ ਚੜ੍ਹਦੀ ਹੈ ਮੋਹਕਮ ਸਿੰਘ ਨੂੰ। ਭੀਗੇ ਚੀਰ ਸਰੀਰ ਸਤੀਰ, ਸਾਰੇ ਕੱਪੜੇ ਲਹੂ ਨਾਲ ਲਿਬੜ ਗਏ ਹਨ। ਵਿਚਰਤ ਰਿਪ ਗੰਧ ਮਹਿ ਬਰ ਵੀ, ਮਹਾਂਵੀਰ ਸੂਰਮਾ ਵੈਰੀਆਂ ਦੇ ਵਿੱਚ ਵਿਚਰਦਾ ਹੈ। ਲਸ਼ਕਰ ਮਥਿਓ ਸਿੰਘ ਸਮਝਵੈ, ਜਦੋਂ ਵੈਰੀ ਦੇ ਦਲ ਨੂੰ ਏਦਾਂ ਰਿੜਕ ਦਿੱਤਾ ਜਿਵੇਂ ਸਮੁੰਦਰ ਨੂੰ ਦੇਵਤਿਆਂ ਨੇ ਮਦਰਾਚਲ ਪਰਬਤ ਨਾਲ ਰਿੜਕਿਆ ਸੀ। ਖਵਾਜਾ ਮਰਦ ਪੁਕਾਰਿਓ ਤਬੈ, ਖਵਾਜਾ ਮਰਦੂਦ ਉੱਚਾ ਪੁਕਾਰ ਕੇ ਬੋਲਿਆ, ਕਹਾ ਪਇਓ ਤੁਮ ਕੋ ਬਲਹਾਰਿਓ, ਆਪਣੇ ਸਿਪਾਹੀਆਂ ਨੂੰ ਕਹਿੰਦਾ ਓਏ ਗਾਜੀਓ ਬਹਾਦਰੋ ਸੂਰਮਿਓ ਕੀ ਹੋ ਗਿਆ, ਤੁਹਾਡੀ ਤਾਕਤ ਕਿੱਥੇ ਚਲੀ ਗਈ ਹੈ। ਏਕ ਸਿੰਘ
ਸਿੰਘ ਲਾਖਨ ਨਹਿ ਮਾਰਿਓ। ਇੱਕ ਕੱਲਾ ਸਿੰਘ ਤੁਹਾਡੇ ਕੋਲੋਂ ਲੱਖਾਂ ਕੋਲੋਂ ਨਹੀਂ ਮਾਰਿਆ ਜਾ ਰਿਹਾ। ਤੜਪੜ ਲਸ਼ਕਰ ਪੰਗਨ ਕੇਰੀ। ਖਿੱਚ ਕੇ ਤੁਰਕਾਂ ਨੇ ਤੜਪੜ ਕਰਦੀਆਂ ਗੋਲੀਆਂ ਦੀ ਛਲਕ ਚਲਾ ਦਿੱਤੀ। 10,000 ਫਿਰ ਇੱਕ ਬੇਰੀ। ਹਜ਼ਾਰਾਂ ਬੰਦੂਕਾਂ ਭਾਈ ਮੋਹਕਮ ਸਿੰਘ ਵੱਲ ਦਾਗ ਦਿੱਤੀਆਂ। 20-25 ਲੱਗੀ ਤਬ ਆਏ। 20-25 ਗੋਲੀਆਂ ਆ ਕੇ ਸਰੀਰ ਨੂੰ ਲੱਗੀਆਂ। ਫੋਰਿਓ ਤਨ ਸਭ ਥਾਏ। ਸਾਰਾ ਸਰੀਰ ਤੋੜ ਫੋੜ ਸੁੱਟਿਆ। ਅੰਗ ਮੋਹਕਮ ਸਿੰਘ ਦਾ ਛਾਨਣੀ ਕਰ ਦਿੱਤਾ। ਖੜੋ ਮਰਿਓ ਸਨਮੁਖ ਹੀ ਗਿਰਿਓ। ਖੜਾ ਹੀ ਮਰਿਆ। ਖੜੋ ਮਰਿਓ। ਭਾਈ ਸਾਹਿਬ ਲਿਖਦੇ ਵੀ ਡਿੱਗ ਕੇ ਨਹੀਂ ਸਵਾਸ ਦਿੱਤੇ, ਖਲੋਤੇ ਸਵਾਸ ਦਿੱਤੇ। ਤੇ ਵੈਰੀ ਵਾਲੀ ਮੂੰਹ ਕਰਕੇ ਡਿੱਗਾ, ਪਿੱਠ ਕਰਕੇ ਨਹੀਂ ਡਿੱਗਾ। ਤਨਕ ਨ ਮੁਰਿਓ ਵੀਰ ਰਸ ਭਰਿਓ। ਤਨਕ ਪਿੱਛਾ ਮੁੜ ਕੇ ਨਹੀਂ ਦੇਖਿਆ, ਵੀਰ ਰਸ ਵਿੱਚ ਭਰਿਆ। ਵੈਰੀ ਵੱਲ ਵੱਧਦਾ ਹੀ ਗਿਆ, ਅੱਗੇ ਹੀ ਗਿਆ, ਪਿੱਛੇ ਨਹੀਂ ਹੋਇਆ। ਸੂਰਮਾ ਜੁੱਧ ਦੇ ਲੋਕ ਪ੍ਰਸੰਨ ਗੁਸਾਈ। ਉੱਤੇ ਦਰੀਚੀ 'ਚ ਬੈਠੇ ਮਹਾਰਾਜ ਆਪਣੇ ਸੂਰਮੇ ਦਾ ਜੁੱਧ ਵੇਖ ਕੇ ਖੁਸ਼ ਹੋ ਰਹੇ ਸਨ। ਨਿਜ ਸਿੱਖ ਕੀ ਕਹੇ ਅਦਕ ਵਡਾਈ। ਆਪਣੀ ਰਸਨਾ ਤੋਂ ਆਪਣੇ ਸੂਰਮੇ ਦੀ ਭਾਈ ਮੋਹਕਮ ਸਿੰਘ ਦੀ ਵਡਿਆਈ ਕਰਦੇ ਨੇ ਸੱਚੇ ਪਾਤਸ਼ਾਹ। ਮਚਿਓ ਤੁਮਲ ਸੰਗਰਾਮ ਬਡੇਰਾ। ਬੜਾ ਤੁਮਲ ਜੁੱਧ ਮਚਿਆ, ਕਮਸਾਨ ਦਾ ਜੁੱਧ ਮਚਿਆ, ਸੰਗਰਾਮ ਮਚਿਆ ਹੈ। ਬਰਸਤ ਲੋਹਾ ਬਹੁਤ ਸਬੇਰਾ। ਬੜਾ ਲੋਹਾ ਵਸ ਰਿਹਾ ਹੈ, ਕਾੜ ਗੋਲੀਆਂ ਤੇ ਤੀਰਾਂ ਦਾ ਮੀਂਹ ਵਸ ਰਿਹਾ ਹੈ। ਇਮ ਮੋਹਕਮ ਸਿੰਘ ਸੁਰਗ ਪਿਆਨਾ। ਇਹ ਤਾਂ ਭਾਈ ਮੋਹਕਮ ਸਿੰਘ ਸੁਰਗਾਂ ਨੂੰ ਚਲੇ ਗਏ, ਸੱਚਖੰਡ ਵਾਸੀ ਹੋ ਗਏ, ਕਾਲਪੁਰਖ ਪਰਮੇਸ਼ਰ ਦੀ ਜੋਤ ਵਿੱਚ ਅਭੇਦ ਹੋ ਗਏ। ਹਿੰਮਤ ਸਿੰਘ ਸਾਹਿਬ ਸਿੰਘ ਜਵਾਨਾ। ਫਿਰ ਦੋਸਤ ਪਿਆਰੇ ਭਾਈ ਹਿੰਮਤ ਸਿੰਘ ਤੇ ਭਾਈ ਸਾਹਿਬ ਸਿੰਘ ਜੀ ਉੱਠੇ। ਲਖਿਓ ਕੇ ਜੋਰ ਮਲੇਸ਼ਨ ਕੀਨਾ। ਉਹਨਾਂ ਨੇ ਵੇਖਿਆ ਵੀ ਮਲੇਸ਼ੀਆ ਨੇ ਜ਼ੋਰ ਪਾ ਲਿਆ, ਬਹੁਤ ਫੌਜ ਆ ਗਈ। ਚੜ ਕੇ ਨੇੜੇ ਗੜੀ ਦੇ ਜੰਗ ਕਰਨ ਨੇ ਹੁਕਮ ਪ੍ਰਬੀਨਾ। ਮਹਾਰਾਜ 10ਵੇਂ ਪਾਤਸ਼ਾਹ ਨੂੰ ਹੁਕਮ ਮੰਗਿਆ ਯੁੱਧ ਕਰਨ ਵਾਸਤੇ। ਔਰ ਅਗਾਰੀ ਰਿਪਗਨ ਆਏ। ਮਹਾਰਾਜ ਜੀ ਵੈਰੀ ਸਾਡੇ ਦਰਵਾਜ਼ੇ ਦੇ ਨੇੜੇ ਆ ਗਏ ਨੇ। ਇਨਕੇ ਸਨਮੁਖ ਤੂਰਨ ਧਾਏ। ਸਾਨੂੰ ਆਗਿਆ ਦਿਓ ਅਸੀਂ ਯੁੱਧ ਕਰੀਏ ਇਹਨਾਂ ਨਾਲ। ਕਿਉਂ ਕਹਿ ਕੇ ਦੋਵੇਂ ਸੂਰਮੇ ਬਾਹਰ ਨਿਕਲੇ। ਮਨੋ ਪੁਲਿੰਗਨ ਗਨ ਅਵਲੋਏ। ਏਦਾਂ ਕਵੀ ਜੀ ਕਹਿੰਦੇ ਮਾਨੋ ਬਹੁਤ ਸਾਰੇ ਹਿਰਣਾਂ ਨੂੰ ਵੇਖ ਕੇ ਸਿਕਰੇ ਗਏ ਤਿਨੋਂ ਪਰ ਦੋਏ। ਜਾਂ ਕਹਿ ਲੋ ਵੀ ਦੋ ਤਿੱਤਰ ਵਡੇਰਿਆਂ ਨੂੰ ਵੇਖ ਕੇ ਸ਼ਿਕਰੇ ਗਏ। ਸ਼ਿਕਰਾ ਇੱਕ ਬਾਜ ਦੀ ਕਿਸਮ ਦਾ ਪੰਛੀ ਹੁੰਦਾ ਹੈ। ਉਹ ਸ਼ਿਕਾਰ ਆਪਣੇ ਤਿੱਤਰਾਂ ਬਟੇਰਿਆਂ ਦਾ, ਕੂੰਜਾਂ ਦਾ ਇਦਾਂ ਦਾ ਕਰਦਾ। ਇਦਾਂ ਲੱਗਦਾ ਹੈ ਵੀ ਜਿਵੇਂ ਬਟੇਰਿਆਂ ਨੂੰ ਬਾਜ ਪੈ ਗਿਆ ਹੋਵੇ। ਸਿਪਰ ਖੜਗ ਦੋਨੋਂ ਹੱਥ ਧਾਰੇ। ਦੋਵਾਂ ਨੇ ਹੱਥਾਂ 'ਚ ਢਾਲਾਂ ਤਲਵਾਰਾਂ ਫੜੀਆਂ ਹਨ। ਜਨ ਮਤੰਗ ਖੂਨੀ ਦੰਤਾਰੇ। ਦੋਵੇਂ ਸੂਰਮੇ ਹਿੰਮਤ ਸਿੰਘ ਤੇ ਸਾਹਿਬ ਸਿੰਘ ਮਾਨੋ ਕਹਿੰਦੇ ਖੂਨੀ ਹਾਥੀ ਹਨ। ਖੇਲਤ ਖੇਲ ਪਛੇਲੇ ਮੇਲੇ। ਵੈਰੀਆਂ ਦੀਆਂ ਫੌਜਾਂ ਨੂੰ ਧੱਕ ਪਿੱਛੇ ਕਰੀ ਜਾਂਦੇ ਐ। ਜਨ ਖੇਲਤ ਹੈ ਭਾਗ ਸੁਹੇਲੇ। ਇੰਜ ਲੱਗਦਾ ਜਿਵੇਂ ਭਾਗ ਹੋਲੀ ਖੇਡਦੇ ਹੋਣ। ਦਲ ਮਲੇਸ਼ ਕੋ ਬਿਸਮਿਓ ਮਨ ਮੈਂ। ਕਹਿੰਦੇ ਦੁਸ਼ਮਣ ਦਾ ਦਲ ਵੇਖ ਕੇ ਮੂੰਹ ਚੁੰਗਲਾਂ ਪਾ ਗਏ। ਤੋਬਾ ਕਰਦੇ ਆ ਤੁਰਕ। ਯਾ ਖੁਦਾਏ ਕਿਆ ਪੌਰਖ ਇਨ ਮੈਂ। ਯਾ ਅੱਲਾ ਯਾ ਖੁਦਾ ਕਿਆ ਪੌਰਖ ਹੈ ਇਹਨਾਂ ਬੰਦਿਆਂ ਵਿੱਚ। ਕੱਲੇ ਹੀ ਆ ਜਾਂਦੇ ਆ ਲੜਨ ਵਾਸਤੇ। ਲੱਛਣ ਮਹਿ ਪ੍ਰਵੇਸ਼ ਇੱਕ ਲੜੈ। ਲੱਖਾਂ ਵਿੱਚ ਕੱਲਾ ਹੀ ਆ ਕੇ ਲੜੀ ਜਾਂਦਾ ਹੈ। ਮਰਨ ਤਰਾਸ ਕੋ ਕਿਉਂ ਨਾ ਕਰੈ। ਇਹ ਮੌਤ ਦਾ ਡਰ ਹੀ ਨਹੀਂ ਮੰਨਦੇ। ਵੈਰੀਆਂ ਦੇ ਦਲਾਂ ਦੇ ਵਿੱਚ ਇੰਨੇ ਨਿਰਭੈ ਹੋ ਕੇ ਜਾ ਪੈਂਦੇ ਨੇ। ਜਨ ਦ્વੈ ਗ੍ਰਾਹ ਹਲਾਵਤ ਜਲ ਕੋ। ਜਿਵੇਂ ਦੋ ਵੱਡੇ ਗਰਾਹ ਮਗਰਮੱਛ ਜਾਂ ਗਰਾਹ ਇੱਕ ਤੰਦੂਆ ਹੁੰਦਾ ਪਾਣੀ ਦਾ ਜੀਵ ਹੁੰਦਾ, ਉਹਨੂੰ ਗਰਾਹ ਕਹਿੰਦੇ। ਜਿਵੇਂ ਪਾਣੀ 'ਚ ਨਾ ਗੱਜ ਗਰਾਹ ਤੇ ਛੂਕਾ। ਗਰਾਹ ਇੱਕ ਤੰਦੂਆ ਵੀ ਹੁੰਦਾ, ਉਹਦੀਆਂ ਇਦਾਂ ਤੰਦਾਂ ਹੁੰਦੀਆਂ ਇਦਾਂ। ਤੇ ਮਗਰਮੱਛ ਨੂੰ ਵੀ ਕਈ ਜਗ੍ਹਾ ਤੇ ਗਰਾਹ ਲਿਖਿਆ। ਜਿਵੇਂ ਦੋ ਮਗਰਮੱਛ ਕਹਿੰਦੇ ਪਾਣੀ ਨੂੰ ਹਿਲਾ ਰਹੇ ਹੋਣ। ਇਹ ਤਾਂ ਭਾਈ ਹਿੰਮਤ ਸਿੰਘ ਤੇ ਭਾਈ ਸਾਹਿਬ ਸਿੰਘ ਦੋਵੇਂ ਦੁਸ਼ਮਣ ਦੇ ਦਲਾਂ ਨੂੰ ਹਿਲਾ ਕੇ ਰੱਖ ਦਿੱਤਾ। ਤਿਮ ਦੋਨੋਂ ਪੇਲਤ ਖਲ ਦਲ ਕੋ। ਵੈਰੀਆਂ ਦੇ ਦਲਾਂ ਨੂੰ ਪੇਲ ਕੇ ਸੁੱਟਦੇ ਹਨ। ਚੀਰਤ ਅੰਗ ਚਲਾਏ ਕਿਰਪਾਨਾ। ਤੇਗਾਂ ਮਾਰ ਵੈਰੀ ਦੇ ਅੰਗ ਚੀਰ ਸੁੱਟਦੇ ਹਨ। ਰਿਪ ਕੋ ਵਾਰ ਸਿਪਰ ਅਗਵਾਨਾ। ਵੈਰੀ ਦਾ ਵਾਰ ਆਪਣੀ ਢਾਲ ਤੇ ਰੋਕਦੇ ਹਨ। ਕਰ ਚੰਚਲਤਾ ਵੀਰ ਵਿਸਾਲੇ। ਬੜੀ ਚੰਚਲਤਾ ਨਾਲ ਦੋਵੇਂ ਵੀਰ ਵਿਸਾਲੇ ਸੂਰਮੇ। ਚਿਤ ਉਤ ਵਿਚਰਤ ਬਨ ਮਤ ਵਾਲੇ।
ਕਹਿੰਦੇ ਮਸਤ ਹਾਥੀਆਂ ਦੀ ਤਰ੍ਹਾਂ ਵਿਚਰਦੇ ਹਨ। ਮਾਰ ਮਾਰ ਅੰਬਾਰ ਲਗਾਏ, ਮਾਰ ਮਾਰ ਵੈਰੀਆਂ ਦੇ ਅੰਬਾਰ ਲਾਤੇ, ਢੇਰ ਲਾਤੇ, ਸੱਥਰ ਲਾਤੇ। ਸਿਰ ਧਰ ਕਰ ਪਗ ਕਰ ਬਿਖਰਾਏ, ਕਿਤੇ ਸਿਰ ਵੱਢੇ ਪਏ ਸਿੰਘਾਂ ਦੇ ਹੱਥੋਂ ਵੈਰੀਆਂ ਦੇ, ਕਿਤੇ ਬਾਹਾਂ ਲੱਤਾਂ ਵੱਢੀਆਂ ਪਈਆਂ ਨੇ। ਸੇ ਸਿਰ ਪਰੇ, ਏਦਾਂ ਲੱਗਦਾ ਵੀ ਜਿਵੇਂ ਹਾਕੀ ਦਾ ਮੈਚ ਹੋ ਰਿਹਾ ਹੋਵੇ ਤੇ ਉੱਥੇ ਇੱਕ ਜਿਹੜੇ ਸਿਰ ਨੇ ਉਹ ਤਾਂ ਗੇਂਦਾਂ ਦੀ ਤਰ੍ਹਾਂ ਹਨ ਤੇ ਜਿਹੜੀਆਂ ਬਾਹਾਂ ਨੇ ਉਹ ਮਾਨੋ ਹਾਕੀਆਂ ਪਈਆਂ ਹਨ। ਕਰ ਪਗ ਪਟ ਡੰਡੇ ਗਨ ਕਰੇ, ਡੰਡਿਆਂ ਦੇ ਨਾਲ ਜਿਹੜੀ ਹਾਕੀ ਖੇਡਦੇ ਆ ਗੇਂਦ ਖੇਡਦੇ ਆ, ਕਹਿੰਦੇ ਸਿਰ ਤਾਂ ਗੇਂਦਾਂ ਦੀ ਤਰ੍ਹਾਂ ਨੇ, ਲੱਤਾਂ ਬਾਹਾਂ ਇਉਂ ਨੇ ਜਿਵੇਂ ਡੰਡੇ ਪਏ ਨੇ, ਹਾਕੀਆਂ ਪਈਆਂ ਨੇ। ਲੜਤ ਬਹਾਦਰ ਦੋਨੋਂ ਅਰੇ, ਇਹ ਦੋਵੇਂ ਬਹਾਦਰ ਹਿੰਮਤ ਸਿੰਘ ਤੇ ਸਾਹਿਬ ਸਿੰਘ ਵੈਰੀ ਦੇ ਸਾਹਮਣੇ ਅੜੇ ਨੇ। 20-25 ਮਾਰਤ ਮਰੇ, 50 ਨੂੰ ਮਾਰ ਕੇ ਸ਼ਹੀਦ ਹੋ ਗਏ। ਨਿਕਸੇ ਤਨ ਤੇ ਪ੍ਰਾਨ ਨ ਜਬਲਾ, ਜਿੰਨਾ ਚਿਰ ਹਿੰਮਤ ਸਿੰਘ ਤੇ ਸਾਹਿਬ ਸਿੰਘ ਦੇ ਸਰੀਰ ਚੋਂ ਪ੍ਰਾਣ ਨਹੀਂ ਨਿਕਲੇ, ਰਿਪ ਗਨ ਕੋ ਸੰਗਾਰ ਹੈ ਤਬਲਾ। ਵੈਰੀ ਨੂੰ ਉਹਨਾਂ ਚਿਰ ਮਾਰਦੇ ਹੀ ਰਹੇ, ਤੇਗਾਂ ਵਾਹੁੰਦੇ ਹੀ ਰਹੇ, ਅਖੀਰਲੇ ਸਵਾਸ ਤੱਕ ਲੜਦੇ ਰਹੇ। ਮੋਹੇ ਸ਼ਹੀਦ ਅਪਸਰਾ ਆਵੈ, ਜਦੋਂ ਸਾਧ ਸੰਗਤ ਜੀ ਸਿੰਘ ਸ਼ਹੀਦੀਆਂ ਪਾਉਂਦੇ ਤੇ ਸਵਰਗ ਦੀਆਂ ਅਪਸਰਾਂ ਆਉਂਦੀਆਂ ਹਨ। ਬਾਣੀ ਵਿੱਚ ਬਚਨ ਆਉਂਦਾ, ਹਾ ਹਾ ਹੂ ਹੂ ਗੰਧਰਵ ਅਪਸਰਾ, ਅਨੰਦ ਮੰਗਲ ਧੁਨ ਗਾਵਣੀ ਨੀਕੀ, ਪ੍ਰਿਆ ਕੀ ਸੋਭ ਸੁਹਾਵਣੀ ਨੀਕੀ। ਗੁਪਤ ਮੰਡਲ ਬਹੁਤ ਵੱਡਾ ਹੈ, ਜਿਹੜਾ ਦਿਸਦਾ ਮੰਡਲ ਹੈ ਛੋਟਾ ਹੈ, ਜਿਹੜਾ ਗੁਪਤ ਹੈ ਉਹ ਬਹੁਤ ਹੈ। ਸੱਚਖੰਡ ਤੋਂ ਸਵਰਗ ਤੋਂ ਅਪਸਰਾਂ ਆਉਂਦੀਆਂ ਸਿੰਘਾਂ ਨੂੰ ਵਰਨ ਵਾਸਤੇ। ਕਹਿ ਕਹਿ ਸਿੰਘ ਦੀਵਾਨ ਚੜਾਵੈ, ਸਿੰਘਾਂ ਨੂੰ ਬੇਨਤੀਆਂ ਕਰਦੀਆਂ ਨੇ, ਵਿਮਾਨ ਤੇ ਚੜਾ ਕੇ ਲਿਜਾਂਦੀਆਂ ਨੇ। ਤ੍ਰਿਪਤ ਨਰਨ ਤੇ ਰਿਪ ਗਨ ਹੀਰੈ, ਕਹਿੰਦੇ ਸਿੰਘਾਂ ਦਾ ਅਜੇ ਚਾਹ ਨਹੀਂ ਲੱਥਾ, ਉਹ ਕਹਿੰਦੇ ਜੇ ਸਾਨੂੰ ਹੋਰ ਲੜ ਲੈਣ ਦਿਓ ਫੇਰ ਚੱਲਾਂਗੇ। ਕੱਚ ਦੀਵਾਨ ਮਾਰ ਹੈ ਤਿਸ ਬੇਰੈ, ਕਹਿੰਦੇ ਉਹ ਸਵਰਗ ਤੋਂ ਆਈਆਂ ਹੋਈਆਂ ਪਸ਼ਰਾਂ ਵਿਮਾਨ ਚ ਬੰਦੀਆਂ ਨੇ ਤੇ ਇਹ ਵਿਮਾਨ ਤੋਂ ਛਾਲ ਮਾਰ ਕੇ ਥੱਲੇ ਆ ਜਾਂਦੇ ਨੇ ਲੜਨ ਵਾਸਤੇ। ਚੌਦਸ਼ ਵਜੈ ਜੁਝਾਰੂ, ਦੋਵਾਂ ਪਾਸਿਆਂ ਤੋਂ ਜੁਝਾਊ ਬਾਜੇ ਵੱਜ ਰਹੇ ਨੇ, ਨਗਾਰੇ ਤੇ ਰਣ ਸਿੰਘੇ ਵੱਜ ਰਹੇ ਨੇ। ਸੁਨ ਸੁਨ ਵੀਰਨ ਕੇ ਚਿਤ ਚਾਊ, ਨਗਾਰਿਆਂ ਦੀ ਆਵਾਜ਼ ਨਾਲ ਸੂਰਮਿਆਂ ਦੇ ਡੋਲੇ ਫਰਕਦੇ ਨੇ, ਜੰਗ ਦਾ ਚਾਹ ਚੜਦਾ ਹੈ। ਕਹਿ ਸਿੰਘ ਅਬ ਅਵਸਰ ਆਛੋ, ਸਿੰਘ ਕਹਿੰਦੇ ਨੇ ਹੁਣ ਬੜਾ ਚੰਗਾ ਮੌਕਾ ਮਿਲਿਆ ਹੈ, ਮਾਰ ਗੜ ਤੇ ਬਾਹਰ ਗਾਛੋ। ਵੈਰੀਆਂ ਨੂੰ ਬਾਹਰ ਜਾ ਕੇ ਮਾਰੀਏ, ਝਟਕੀਏ ਤੇਗਾਂ ਦੇ ਨਾਲ। ਗੁਰ ਹਜੂਰ ਨਿਜ ਜਨਮ ਸੁਧਾਰੋ, ਸਤਿਗੁਰੂ ਜੀ ਦੀ ਹਜ਼ੂਰੀ 'ਚ ਰਹਿ ਕੇ ਆਪਣਾ ਜਨਮ ਸੁਧਾਰ ਲਈਏ। ਖੜਗ ਨਿਕਾਰ ਹੋ ਰਿਪ ਗਨ ਮਾਰੋ, ਮਿਆਨ ਚੋਂ ਤੇਗਾਂ ਕੱਢੀਏ ਤੇ ਵੈਰੀਆਂ ਦੇ ਟੋਟੇ ਟੋਟੇ ਕਰ ਦਈਏ। ਕਟਕਾ ਮਹਿਲਾਂਬ ਵਿਸਾਲੇ, ਇੱਕ ਘੜੀ 'ਚ ਬੜਾ ਵੱਡਾ ਲਾਭ ਮਿਲਣਾ ਜੀ, ਜਨਮ ਮਰਨ ਕੱਟਿਆ ਜਾਏਗਾ, ਮੁਕਤੀ ਪ੍ਰਾਪਤ ਹੋਵੇਗੀ, ਸੱਚਖੰਡ ਦੇ ਵਾਸੀ ਬਣਾਂਗੇ। ਲੱਖੋਂ ਵਰਤ ਜਥਾ ਤਪ ਘਾਲੇ, ਲੱਖਾਂ ਸਾਲ ਕੋਈ ਤਪਸਵੀ ਤਪ ਕਰਕੇ ਵੀ ਉਸ ਪਦਵੀ ਤੇ ਨਹੀਂ ਪਹੁੰਚਦਾ ਜਿਹੜੀ ਸੂਰਮੇ ਨੂੰ ਪਲਾਂ ਵਿੱਚ ਹੀ ਪ੍ਰਾਪਤ ਹੋ ਜਾਂਦੀ ਹੈ। ਪ੍ਰਤੀ ਦਾਨ ਅਸਮੇਧ ਕਰਨ ਕੋ, ਜੇ ਕੋਈ ਆਪ ਧਰਤੀ ਦਾਨ ਕਰੇ ਜਾਂ ਅਸਮੇਧ ਜਗ ਕਰੇ, ਤਸ ਫਲ ਗੁਰ ਢਿਗ ਜੰਗ ਲਰਨ ਕੋ। ਉਹੋ ਜਿਹਾ ਫਲ ਗੁਰੂ ਸਾਹਿਬ ਦੇ ਕੋਲ ਜੰਗ ਕਰਨ ਵਾਲੇ ਨੂੰ ਮਿਲ ਜਾਏਗਾ। ਗੁਰੂ ਸਾਹਿਬ ਦੇ ਸਾਹਮਣੇ ਹੋ ਕੇ ਸ਼ਹੀਦੀ ਪਾਉਣ ਵਾਲੇ ਨੂੰ ਉਹ ਫਲ ਮਿਲੇਗਾ ਵੀ ਜਿਹੜਾ ਬੜੇ ਬੜੇ ਤਪਸਵੀਆਂ ਨੂੰ ਵੀ, ਬੜੇ ਬੜੇ ਦਾਨੀਆਂ ਨੂੰ ਵੀ, ਬੜੇ ਬੜੇ ਜਗ ਕਰਾਉਣ ਵਾਲਿਆਂ ਨੂੰ, ਰਿਸ਼ੀਆਂ ਮੁਨੀਆਂ ਨੂੰ ਵੀ ਨਹੀਂ ਪ੍ਰਾਪਤ ਹੋ ਸਕਦਾ। ਮਾਤਾ ਪਿਤਾ ਧਨ ਤਿਸ ਕੇਰਾ, ਉਸ ਸੂਰਮੇ ਦੇ ਮਾਤਾ ਪਿਤਾ ਵੀ ਧਨ ਹਨ, ਜਨਮ ਧਨ ਕਰ ਲੀਨ ਬਡੇਰਾ। ਉਹਨੇ ਆਪਣਾ ਜਨਮ ਵੀ ਸਫਲਾ ਕਰ ਲਿਆ ਹੈ। ਮਹਾ ਮਹਾਤਮ ਕੋ ਚਿਤ ਲਖੇ, ਜਿਸ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਵੀ ਗੁਰੂ ਦੇ ਸਨਮੁਖ ਹੋ ਕੇ ਸ਼ਹੀਦੀ ਪਾਉਣ ਦਾ ਕੀ ਲਾਭ ਹੈ। ਗੁਰ ਤੇ ਹੁਕਮ ਲੇਤ ਗੱਡ ਦਿਖੇ, ਸਿੰਘ ਗੁਰੂ ਸਾਹਿਬ ਤੋਂ ਹੁਕਮ ਲੈਂਦੇ ਆ, ਕਿਲੇ ਦੇ ਵਿੱਚੋਂ, ਗੜੀ ਦੇ ਵਿੱਚੋਂ। ਰਹਿਰ ਜਾਏ 10-20 ਪ੍ਰਹਾਰੈ, ਸਾਧ ਸੰਗਤ ਜੀ ਬਾਹਰ ਨਿਕਲ ਕੇ 10-20 ਨੂੰ ਮਾਰਦੇ ਹਨ। ਮਰਤ ਪ੍ਰਾਨ ਤਜ ਸੁਰਗ ਸਿਧਾਰੈ, ਔਰ ਲੜਦੇ ਲੜਦੇ ਆਪਣੇ ਪ੍ਰਾਣ ਤਿਆਗ ਕੇ ਸੱਚਖੰਡ ਨੂੰ ਚਾਲੇ ਪਾ ਜਾਂਦੇ ਹਨ। ਬਰਖਤ ਸਰ ਗੋਰੀ ਬਹੁਸਾ, ਬਾਹਰੋਂ ਲਗਾਤਾਰ ਗੋਲੀਆਂ ਦਾ ਮੀਂਹ ਵਰ ਰਿਹਾ ਤੇ ਅੰਦਰੋਂ ਵੀ ਤੀਰ ਗੋਲੀ ਚੱਲ ਰਹੇ ਨੇ। ਮਰੇ ਅੰਬਾਰ ਹਜ਼ਾਰ ਸੁਮਾਰ, ਹਜ਼ਾਰਾਂ ਤੁਰਕ ਮਾਰੇ ਗਏ, ਹਜ਼ਾਰਾਂ ਪਹਾੜੀਏ ਮਾਰੇ ਗਏ। ਚਹ ਮੁਕਤੇ ਬਰ ਵੀ, ਉਸ ਤੋਂ ਬਾਅਦ 5 ਜਿਹੜੇ ਮੁਕਤੇ ਸਨ, ਦੇਵਾ ਸਿੰਘ, ਈਸ਼ਰ ਸਿੰਘ, ਟਹਿਲ ਸਿੰਘ, ਇਹ ਜਿਹੜੇ 5 ਮੁਕਤੇ ਕੌਣ ਸਨ? ਸਾਧ ਸੰਗਤ ਜੀ ਵੀ ਪਤਾ ਹੋਣਾ ਚਾਹੀਦਾ। 5 ਪਿਆਰਿਆਂ ਨੂੰ ਜਦੋਂ ਮਹਾਰਾਜ ਨੇ ਅੰਮ੍ਰਿਤ ਛਕਾਇਆ
ਤੇ ਪੰਜਾਂ ਤੋਂ ਫਿਰ ਆਪ ਅੰਮ੍ਰਿਤ ਛਕਿਆ। ਜਦੋਂ ਪੰਜਾਂ ਤੋਂ ਆਪ ਅੰਮ੍ਰਿਤ ਛਕਿਆ ਤੇ ਉਸ ਤੋਂ ਬਾਅਦ ਜਿਨ੍ਹਾਂ ਪੰਜਾਂ ਨੇ ਅੰਮ੍ਰਿਤ ਛਕਿਆ ਉਹ ਪੰਜ ਮੁਕਤੇ ਹੋਏ ਆ। ਫਿਰ ਪੰਜ ਮੁਕਤਿਆਂ ਨੇ ਆਗਿਆ ਮੰਗੀ ਬਾਹਰ ਨਿਕਲਣ ਦੀ। ਈਸ਼ਰ ਸਿੰਘ ਦੇਵਾ ਸਿੰਘ ਧੀ, ਭਾਈ ਈਸ਼ਰ ਸਿੰਘ, ਭਾਈ ਦੇਵਾ ਸਿੰਘ ਜੀ। ਜਥਾ ਸੁਧਾਸੁਰ ਸ਼ੇਰ ਸਿਧਾਵੈ, ਇਹ ਪੰਜੇ ਸਿੰਘ ਬਾਹਰ ਨਿਕਲੇ ਜਿਵੇਂ ਭੁੱਖਾ ਸ਼ੇਰ ਆਪਣੇ ਸ਼ਿਕਾਰ ਤੇ ਜਾਂਦਾ ਹੈ। ਜਥਾ ਬਾਦ ਚਿੜੀਆਂ ਪਰ ਜਿਵੇਂ ਜਾਵੈ, ਭੁੱਖਾ ਬਾਜ ਚਿੜੀਆਂ ਦਾ ਸ਼ਿਕਾਰ ਕਰਨ ਜਾਂਦਾ ਹੈ। ਤਿਮ ਤੁਰਕਨ ਪਰ ਪੰਚ ਹੋ ਗਏ। ਇਦਾਂ ਇਹ ਪੰਜੇ ਮੁਕਤੇ ਮਹਾਰਾਜ ਦਸਵੇਂ ਪਾਤਸ਼ਾਹ ਤੋਂ ਆਗਿਆ ਲੈ ਕੇ ਗੜੀ ਚਮਕੌਰ ਤੋਂ ਨਿਕਲੇ ਤੇ ਵੈਰੀ ਦੇ ਦਲ ਤੇ ਜਾ ਪਏ। ਸੈਨਾ ਸਿੰਧ ਪ੍ਰਵੇਸ਼ਤ ਭਏ, ਦੁਸ਼ਮਣ ਦੀ ਫੌਜ ਰੂਪੀ ਸਮੁੰਦਰ 'ਚ ਵੜ ਗਏ। ਜਥਾ ਮਤ ਹਾਥੀ ਪਰ ਜਾਏ। ਜਿਵੇਂ ਸਰੋਵਰ 'ਚ ਮਸਤ ਹਾਥੀ ਵੜ ਜਾਂਦਾ ਤੇ ਪਾਣੀ ਸਰੋਵਰ ਦੇ ਨੂੰ ਹਿਲਾ ਦਿੰਦਾ ਨਹਾਉਣ ਵੇਲੇ। ਕਰਤ ਕੇਲ ਜਲ ਦੀਹ ਤਕਾਏ, ਅਤੇ ਆਪਣੀ ਸੁੰਡ ਦੇ ਨਾਲ ਪਾਣੀ ਨਾਲ ਬੜੀਆਂ ਕੇਲਾਂ ਕਰਦਾ ਹੈ ਤੇ ਪਾਣੀ ਨੂੰ ਤੱਕਦਾ ਹਿਲਾਉਂਦਾ ਹੈ। ਪੰਚੋ ਖੜਗ ਚਮਕ ਤੇ ਦਾਰਨ, ਪੰਜਾਂ ਮੁਕਤਿਆਂ ਦੇ ਮਿਆਨ 'ਚੋਂ ਨਿਕਲੇ ਖੰਡੇ ਲਿਸ਼ਕਦੇ ਸਨ। ਤੇ ਰੁਦਰ ਕਰਤ ਰਿਪ ਮਾਰਨ, ਵੈਰੀਆਂ ਨੂੰ ਚੀਰ ਕੇ ਲਹੂ ਨਾਲ ਲਿਬੜ ਗਏ। ਪੈ ਚਲਹਿ ਵੀਰ ਵੱਡ ਮੱਤੇ। ਇਹ ਪੰਜੇ ਮੁਕਤੇ ਵੀਰ ਸੂਰਮੇ ਵੈਰੀ ਦੇ ਨਾਲ ਯੁੱਧ ਕਰ ਰਹੇ ਨੇ ਮਦ ਮਸਤ ਹੋ ਕੇ। ਅਤਹਿ ਸੋ ਪਹੁੰਚ ਵੀਰ ਰਸ ਰਤੇ, ਉਹ ਕਹਿੰਦੇ ਵੀਰ ਰਸ ਵਿੱਚ ਰੱਤੇ ਨੇਤਰ ਲਾਲ ਸੁਰਖ ਹਨ। ਜਿਮ ਪੰਚੋ ਪਾਂਡਵ ਬਲਵੰਤੇ, ਜਿਵੇਂ ਪੰਜੇ ਪਾਂਡੋ ਬਲਵਾਨ ਯੋਧੇ ਕੈਰਵਾਨ ਕੇ ਦਲ ਵਿੱਚ ਰੰਤੇ। ਕੌਰਵਾਂ ਦੇ ਦਲਾਂ ਦੇ ਵਿੱਚ ਵਿਚਰੇ ਸਨ। ਮਾਰੇ ਤੁਰਕ ਅਨੇਕ ਬਿਹਾਲੇ, ਇਹਨਾਂ ਪੰਜਾਂ ਮੁਕਤਿਆਂ ਨੇ ਬੇਅੰਤ ਵੈਰੀ ਤੁਰਕ ਮਾਰੇ ਹਾਲੋਂ ਬਿਹਾਲ ਕਰਤੇ ਤੁਰਕ। ਕੋਟਰ ਖਤ ਕਿਹ ਪ੍ਰਾਨ ਨਿਕਾਲੇ, ਕੋਈ ਤੜਫ ਰਹੇ ਸਨ ਤੇ ਕਈਆਂ ਦੇ ਪ੍ਰਾਣ ਪੰਖੇਰੂ ਲੈ ਲੈ ਕੱਢ ਦਿੱਤੇ। ਕਛਾ ਮੁੱਛ ਕਰਤੇ ਬਹੁ ਫਿਰੇ, ਕਛ ਮੁੱਛ ਕਰਦੇ ਵੱਢਦੇ ਟੁੱਟਦੇ ਦੁਸ਼ਮਣ ਦੇ ਦਲਾਂ 'ਚ ਬਿਜਲੀ ਤਰ੍ਹਾਂ ਫਿਰਦੇ ਪੰਜੇ ਮੁਕਤੇ। ਕੋਰੜ ਪਟਨ ਬਿਖੈ ਪੁਨ ਘਿਰੇ, ਮੇਰੇ ਪੰਜੇ ਮੁਕਤੇ ਜਿਹੜੇ ਸਨ ਦੇਵਾ ਸਿੰਘ, ਈਸ਼ਰ ਸਿੰਘ, ਟਹਿਰ ਸਿੰਘ, ਇਹ ਕਹਿੰਦੇ ਵੈਰੀ ਦੇ ਫਤਿਹ ਸਿੰਘ ਇਹ ਘਿਰ ਗਏ ਹਨ। ਮਾਰ ਸੈਂਕੜੇ ਭੂਮ ਗਿਰਾਏ, ਇਹ ਕਹਿੰਦੇ ਵੈਰੀਆਂ ਸੈਂਕੜਿਆਂ ਨੂੰ ਮਾਰ ਕੇ ਨਿਜ ਸੁਆਮੀ ਕੋ ਜੰਗ ਦਿਖਾਏ। ਆਪਣੇ ਮਾਲਕ ਕਲਗੀਧਰ ਨੂੰ ਆਪਣੇ ਯੁੱਧ ਦਿਖਾ ਕੇ ਆਪਣਾ ਪਰਾਕਰਮ ਦਿਖਾ ਕੇ ਰੰਚਕ ਰੰਚਕ ਤਨ ਕਟਵਾਇਓ, ਸਰੀਰ ਦਾ ਤੂੰਬਾ ਤੂੰਬਾ ਉੱਡ ਗਿਆ, ਪੁਰਜਾ ਪੁਰਜਾ ਕੱਟ ਮਰੇ। ਸਿੰਘਾਂ ਦੇ ਸਰੀਰ ਦੀਆਂ ਬੋਟੀਆਂ ਉੱਡ ਗਈਆਂ ਗੋਲੀਆਂ ਤੀਰਾਂ ਦੇ ਨਾਲ। ਨਹੀਂ ਪਿੱਛੇ ਇੱਕ ਪੈਰ ਹਟਾਇਓ, ਪਰ ਇੱਕ ਕਦਮ ਵੀ ਪਿੱਛੇ ਨਹੀਂ ਹੋਏ। ਸਨਮੁਖ ਲੜਤ ਪ੍ਰਾਨ ਕੋ ਦੀਨੇ, ਸਾਹਮਣੇ ਮੱਥੇ ਲੜਦੇ ਲੜਦੇ ਆਪਣੇ ਪ੍ਰਾਣ ਦੇ ਦਿੱਤੇ। ਜਿਸਨੇ ਤੁਰਕ ਪਿਖੇ ਰਣ ਕੀਨੇ, ਤੁਰਕ ਵੇਖ ਕੇ ਇਹਨਾਂ ਸਿੰਘਾਂ ਦਾ ਯੁੱਧ ਹੈਰਾਨ ਹੋ ਗਏ। ਜੋ ਹਰਾ ਭਇਓ ਜੁਦ ਅਤਿਸ਼ੈ ਪ੍ਰਬਲ, ਬੜਾ ਪ੍ਰਬਲ ਯੁੱਧ ਹੋਇਆ। ਨਾਦਤ ਤੁਪਕ ਕਮਾਨ, ਤੀਰ ਕਮਾਨਾਂ ਤੇ ਗੋਲੀਆਂ ਦਾ ਆਵਾਜ਼ਾ ਹੁੰਦਾ ਹੈ। ਸੂਤਕ ਸਰਪ ਸਮਾਨ ਸਰ, ਤੀਰ ਸੱਪਾਂ ਤਰ੍ਹਾਂ ਛੂਟਦੇ ਜਾਂਦੇ ਨੇ ਗੁਲਕਾ ਲਗ ਪਟ ਹਾਂ, ਤੇ ਗੋਲੀਆਂ ਲੱਗ ਕੇ ਸੂਰਮੇ ਮਰਦੇ ਨੇ। ਜੰਗ ਪ੍ਰਿਆਤ ਛੰਦ ਕਹਾਂ ਵੀਰ ਚਾਲੀ ਸ਼ੁਦਾ ਬਿੰਤ ਭਾਰੇ। ਕਹਿੰਦੇ 40 ਬੰਦੇ ਭੁੱਖੇ ਪਿਆਸੇ ਕਹਾਂ 1 ਲੱਖ ਆਏ ਤੇ ਹਕਾਰੇ। ਕਿਤੇ 10 ਲੱਖ ਵੈਰੀ ਆ ਗਿਆ। ਅਭੂਤੰ ਬ੍ਰਤੰਤੰ ਸੁਨਿਓ ਦੇਵ ਜਾਲਾ, ਕਹਿੰਦੇ ਦੇਵਤਿਆਂ ਨੂੰ ਇਹ ਖਬਰ ਪਹੁੰਚੀ ਸਵਰਗਾਂ ਦੇ ਵਿੱਚ। ਮਿਲੇ ਏਕ ਥਾਨ ਅਚੰਭੈ ਵਿਸਾਲਾ। ਸਾਰੇ ਦੇਵਤਿਆਂ ਨੇ ਸਵਰਗਾਂ 'ਚ ਮੀਟਿੰਗ ਕੀਤੀ, ਇਕੱਠੇ ਹੋਏ। ਕਹਿੰਦੇ ਵੀ ਦੁਨੀਆ ਤੇ ਇੱਕ ਅਨੋਖਾ ਜੰਗ ਹੋ ਰਿਹਾ। ਜੰਗ ਤਾਂ ਪਹਿਲਾਂ ਵੀ ਬੜੇ ਹੋਏ ਨੇ, ਰਮਾਇਣ ਦਾ ਜੰਗ ਹੋਇਆ, ਮਹਾਭਾਰਤ ਦਾ ਜੰਗ ਹੋਇਆ, ਹੋਰ ਬੜੀਆਂ ਮੁਗਲਾਂ ਪਠਾਨਾਂ ਦੀਆਂ ਲੜਾਈਆਂ ਚੱਲਦੀਆਂ ਆ ਰਹੀਆਂ ਦੁਨੀਆ ਜਦੋਂ ਦੀ ਬਣੀ ਆ। ਪਰ ਇਹ ਜੰਗ ਪਹਿਲੀ ਵਾਰੀ ਹੋਇਆ ਦੁਨੀਆ ਤੇ ਵੀ 10 ਲੱਖ ਦਾ ਮੁਕਾਬਲਾ 40 ਬੰਦੇ ਕਰ ਰਹੇ ਨੇ, ਉਹ ਵੀ ਭੁੱਖੇ ਪਿਆਸੇ। ਚੱਲ ਕੇ ਦੇਖੀਏ ਕਹਿੰਦੇ। ਇੰਦਰ ਦੇਵਤਾ, ਬ੍ਰਹਮਾ, ਵਿਸ਼ਨੂੰ, ਸ਼ਿਵ ਜੀ, ਸਾਰੇ ਵੱਡੇ ਦੇਵਤੇ ਨਾਲ 33 ਕਰੋੜ ਦੇਵੀ ਦੇਵਤਿਆਂ ਨੂੰ ਲੈ ਕੇ ਆਪਣੇ ਆਪਣੇ ਵਿਮਾਨਾਂ 'ਚ ਬਹਿ ਕੇ ਸ੍ਰੀ ਚਮਕੌਰ ਸਾਹਿਬ ਦੇ ਆਕਾਸ਼ 'ਚ ਆ ਕੇ ਖੜ ਗਏ। ਕਲੀ ਕਾਲ ਮੈਂ ਏਵ ਕੈਸੇ ਨਰੰਤੇ। ਕਹਿੰਦੇ ਕਲਯੁਗ ਵਿੱਚ ਨਾਲੇ ਫਿਰ ਸਤਯੁਗ ਦੇ ਵਿੱਚ ਤਾਂ ਬੜੇ ਤਗੜੇ ਬਲੀ ਯੋਧੇ ਹੋਏ, ਫਿਰ ਤ੍ਰੇਤੇ ਯੁੱਗ 'ਚ ਬੜੇ ਸੂਰਮੇ ਹੋਏ, ਹਨੂਮਾਨ ਵਰਗੇ, ਤੇ ਦੁਆਪਰ ਯੁੱਗ 'ਚ ਭੀਮ ਵਰਗੇ 10-10 ਹਜ਼ਾਰ ਹਾਥੀਆਂ ਦਾ ਬਲ ਸੀ ਉਹਨਾਂ 'ਚ, ਉਹ ਯੋਧੇ ਹੋਏ ਨੇ। ਕਲਯੁਗ 'ਚ ਇੰਨੀ ਤਾਕਤ ਵਾਲਾ ਕੋਈ ਹੈ ਨਹੀਂ। ਦੇਖੀਏ ਤੇ ਸਹੀ ਕੌਣ ਨੇ ਉਹ ਬੰਦੇ ਜਿਹੜੇ ਏਡਾ ਯੁੱਧ ਕਰ ਰਹੇ ਨੇ। ਸਵਰਗ 'ਚੋਂ ਦੇਵਤੇ ਦੇਖਣ ਆਏ ਹਨ। ਗੁਰੂ ਜੀ ਕਰਾ
ਕਰਾਮਾਤ ਨਾ ਸ਼ੂਚੀ ਤੇ ਅੰਤੇ। ਦੇਵਤੇ ਆਪਸ ਵਿੱਚ ਗੱਲਾਂ ਕਰਦੇ, ਨਾਲੇ 10ਵੇਂ ਪਾਤਸ਼ਾਹ ਕੋਈ ਕਰਾਮਾਤ ਵੀ ਨਹੀਂ ਦਿਖਾਉਂਦੇ। ਕੋਈ ਕਰਾਮਾਤ ਆਪਣੀ ਸ਼ਕਤੀ ਨੂੰ ਪਰ ਪਹਿਲੇ ਦੇਵਤੇ ਝੱਟ ਕਰਾਮਾਤ ਦਿਖਾ ਦਿੰਦੇ ਸੀਗੇ ਮਿੰਟ ਵਿੱਚ ਹੀ। ਹਨੂਮਾਨ ਜੀ ਪਹਾੜੀ ਚੁੱਕ ਲਿਆਏ, ਉਹ ਕਰਾਮਾਤ ਹੀ ਸੀ, ਆਤਮਿਕ ਬਲ ਸੀ। ਤੇ ਇਹ ਕਹਿੰਦੇ ਕਰਾਮਾਤ ਵੀ ਕੋਈ ਨਹੀਂ ਦਿਖਾਉਂਦੇ। ਇਹ ਫਿਰ ਕਿਵੇਂ ਲੜ ਰਹੇ ਨੇ? ਦੇਖੀਏ, ਬਿਨਾਂ ਕਰਾਮਾਤ ਦੇ ਲੜ ਰਹੇ ਨੇ। ਅਸੰਭੈ ਮਹਾਤੇ ਅਚੰਭੈ ਬਿਲੰਦੇ। ਦੇਵਤੇ ਕਹਿੰਦੇ ਵੀ ਜਿਹੜਾ ਕੰਮ ਹੋ ਨਹੀਂ ਸਕਦਾ ਉਹ ਹੋ ਰਿਹਾ, ਅਸੰਭਵ ਬਾਤ ਹੋ ਰਹੀ ਹੈ। ਆਪਾਂ ਦੇਖੀਏ ਵੀ ਇਹ ਤਾਂ ਵਾਕਿਆ ਹੀ ਨਿਆਰੀ ਗੱਲ ਹੈ, ਪਿਛਲੇ ਯੁੱਗਾਂ 'ਚ ਵੀ ਨਹੀਂ ਹੋ ਸਕੀ ਜਿਹੜੀ ਗੱਲ, ਉਹ ਕਲਯੁਗ ਵਿੱਚ ਕਿਵੇਂ ਹੋ ਰਹੀ ਹੈ। ਬਿਲੋਕੇ ਚੱਲੇ ਚਾਉ ਕੀਰਤਨ ਉਠੰਦੇ। ਇਹ ਦੇਵਤੇ ਬੜੇ ਚਾਹ ਨਾਲ ਨਾ ਮਨ ਦੇ ਵਿੱਚ ਬੜਾ ਉਤਸ਼ਾਹ ਲੈ ਕੇ ਵੇਖਣ ਵਾਸਤੇ ਸਵਰਗਾਂ ਤੋਂ ਆਏ ਹਨ। ਰੂਡੇ ਵਿਮਾਨੰਗ ਭਿਆੰਤ ਆਏ। ਬ੍ਰਹਮਾ ਜੀ ਆਪਣੇ ਵਿਮਾਨ ਤੇ ਹੰਸ ਤੇ ਸਵਾਰ ਹੋ ਕੇ ਆਏ, ਵਿਸ਼ਨੂੰ ਜੀ ਗਰੜ ਤੇ ਸਵਾਰ ਹੋ ਕੇ ਆਏ, ਸ਼ਿਵ ਜੀ ਨੰਦੀ ਬੈਲ ਤੇ ਸਵਾਰ ਹੋ ਕੇ ਆਏ, ਤੇ ਇੰਦਰ ਆਪਣੇ ਵਿਮਾਨ ਵਿੱਚ ਬਹਿ ਕੇ, ਬਾਕੀ ਸਾਰੇ ਦੇਵਤੇ, ਵਰਣ ਦੇਵਤਾ, ਅਗਨੀ ਦੇਵਤਾ, 33 ਕਰੋੜ ਦੇਵਤੇ ਹਨ ਸਾਧ ਸੰਗਤ ਜੀ। ਤੇ ਇਹ ਸਾਡੇ ਸੰਸਾਰ ਦੇ ਕਣ ਕਣ ਵਿੱਚ ਸ਼ਕਤੀਆਂ ਵਿਰਾਜਮਾਨ ਹਨ। ਕੋਈ ਬਾਹਰ ਦੀਆਂ ਗੱਲਾਂ ਨਹੀਂ, ਗੁਪਤ ਗੱਲਾਂ ਹਨ। ਜਦੋਂ ਤੁਸੀਂ ਧਿਆਨ ਲਾ ਕੇ ਸਿਮਰਨ ਕਰੋਗੇ ਫਿਰ ਇਹਨਾਂ ਚੀਜ਼ਾਂ ਦਾ ਆਪੇ ਅਨੁਭਵ ਹੋ ਜਾਏਗਾ। ਰੋਜ਼ ਪੜ੍ਹਦੇ ਹਾਂ, ਗਾਵਣ ਤੁਧਨੋਂ ਇੰਦਰ ਇੰਦਰਾਸਨ ਬੈਠੇ, ਦੇਵਤਿਆਂ ਦਰ ਨਾਲੇ, ਗਾਵਣ ਤੁਧਨੋਂ ਸਿੱਧ ਸਮਾਧੀ ਅੰਦਰ, ਗਾਵਣ ਤੁਧਨੋਂ ਸਾਧ ਵਿਚਾਰੇ। ਅੰਦਰ ਦੀ ਖੇਡ ਹੈ, ਗੁਪਤ ਖੇਡ ਹੈ। ਸੋ ਗੁਪਤ ਮੰਡਲ ਦੀਆਂ ਸ਼ਕਤੀਆਂ ਸ੍ਰੀ ਚਮਕੌਰ ਸਾਹਿਬ ਜੀ ਦੇ ਉੱਪਰ ਆ ਕੇ ਦੇਖ ਰਹੀਆਂ ਹਨ। ਜਹਾਂ ਗਿਆਨ ਕੋ ਖੇਤੇ ਸੈਨ ਛਾਏ। ਕਹਿੰਦੇ ਆਕਾਸ਼ ਮਿੱਟੀ ਗਰਦ ਗੁਬਾਰ ਨਾਲ ਭਰਿਆ ਪਿਆ ਸੀਗਾ, ਕਿਉਂਕਿ ਘੋੜਿਆਂ ਦੇ ਦੌੜਨ ਦੇ ਨਾਲ ਜੰਗ ਦੇ ਮੈਦਾਨ ਵਿੱਚੋਂ ਮਿੱਟੀ ਉੱਡ ਉੱਡ ਕੇ ਅਸਮਾਨ ਨੂੰ ਚੜੀ ਹੋਈ ਸੀ। ਅਟਾਰੀ ਵਿਖੇ ਨਾਥ ਕੋ ਦੇਖ ਬੰਦੇ। ਦੇਵਤੇ ਆ ਕੇ ਆਕਾਸ਼ ਵਿੱਚ ਆਪਣੇ ਆਪਣੇ ਵਿਮਾਨ ਖੜੇ ਕਰਕੇ ਖਲੋ ਗਏ, ਤੇ ਸਭ ਤੋਂ ਪਹਿਲਾਂ ਉਹਨਾਂ ਦੀ ਨਿਗਾਹ ਪਈ ਅਟਾਰੀ 'ਚ ਬੈਠੇ ਸੱਚੇ ਪਾਤਸ਼ਾਹ ਪਰਮੇਸ਼ਰ ਅਕਾਲ ਪੁਰਖ ਨਿਰੰਕਾਰ ਜੋਤੀ ਸਰੂਪ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ। ਸਾਰੇ ਦੇਵਤਿਆਂ ਨੇ ਨਮਸਕਾਰ ਕੀਤੀ, ਸਰਬ ਦੇਵਤੇ ਕਰੇ ਨਮਸਕਾਰਾ। ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਤੋਂ ਵੱਡੇ ਹਨ, ਸਭ ਤੋਂ ਵੱਡ ਸਮਰੱਥ ਗੁਰਦੇਵ ਸਭ ਤੋਂ ਵੱਡੇ ਹਨ। ਦੇਵੀ ਦੇਵਤੇ ਚਰਨਾਂ ਦੀ ਧੂੜ ਮੰਗਦੇ, ਸਤਿਗੁਰੂ ਨਾਨਕ ਦੇਵ ਦੇਵ ਦੇਵੀ ਸਭ ਧਿਆਵੇਂ। ਭਾਈ ਗੁਰਦਾਸ ਜੀ ਦੀ ਬਾਣੀ ਹੈ ਕਿ ਗੁਰੂ ਨਾਨਕ ਦੇਵ ਜੀ ਦੇਵਤਿਆਂ ਦੇ ਦੇਵਤੇ ਹਨ, ਬਹੁਤ ਵੱਡੇ। ਉਹਨਾਂ ਨੂੰ ਦੇਵੀ ਦੇਵਤੇ ਸਾਰੇ ਹੀ ਧਿਆਉਂਦੇ। ਬ੍ਰਹਮਾ ਜੀ ਨੇ ਵੀ ਮਹਾਰਾਜ ਕਲਗੀਧਰ ਜੀ ਨੂੰ ਨਮਸਕਾਰ ਕੀਤੀ, ਵਿਸ਼ਨੂੰ ਜੀ ਨੇ ਵੀ ਕੀਤੀ, ਔਰ ਸਾਰੇ ਦੇਵਤਿਆਂ ਨੇ ਨਮਸਕਾਰ ਕੀਤੀ। ਰਾਈ ਬਿਲੋਕੇ ਪਰਿਓ ਜੀ ਦੁੰਦੇ। ਮਹਾਰਾਜ ਨੂੰ ਨਮਸਕਾਰ ਕਰਕੇ ਆਪਣੇ ਆਪਣੇ ਵਿਮਾਨ ਅਸਮਾਨ 'ਚ ਖੜੇ ਕਰ ਲਏ ਤੇ ਜੰਗ ਵੇਖਣ ਲੱਗੇ ਹਨ। ਹੰਗੇ ਤੜਾਕੇ ਸੜਾਕੇ ਕੜਾਕੇ। ਤਾੜ ਕਾੜ ਕਰਦੀਆਂ ਗੋਲੀਆਂ, ਤਾੜ ਤਾੜ ਕਰਦੇ ਤੀਰ ਚੱਲ ਰਹੇ ਨੇ। ਚੜਾ ਝਾੜ ਤੇਗੇ ਚੜਾਕੇ ਮੜਾਕੇ। ਤੇਗੇ ਝਾੜ ਝਾੜ ਸੁੱਟਦੇ ਨੇ, ਸਰੀਰ ਦੇ ਅੰਗਾਂ ਨੂੰ ਵੱਢ ਵੱਢ ਸੁੱਟਦੇ ਨੇ। ਹਲਾ ਹਾਲ ਹੂਲੰ ਹਲੇ ਹੇਲ ਲਿਓ। ਹਲੇ ਤੇ ਹੱਲਾ ਹੋ ਰਿਹਾ ਹੈ, ਮਾਰ ਲਓ ਕਰਦੇ ਨੇ। ਲਗੇ ਸੋਨ ਲਾਲੰਗ ਟੁਕੇ ਢਾਕ ਸੋਹੇ। ਕਹਿੰਦੇ ਲਾਲ ਹੋਏ ਕੱਪੜੇ ਸੂਰਮਿਆਂ ਦੇ ਲਹੂ ਦੇ ਨਾਲ ਇੰਜ ਲੱਗਦੇ ਨੇ ਜਿਵੇਂ ਢੱਕ ਪਲਾਸ ਦੇ ਫੁੱਲ ਖਿੜੇ ਹੁੰਦੇ ਨੇ। ਕਨੇ ਗੰਧਰਵ ਸਿਧ ਆਏ ਆਕਾਸ਼ਾ। ਆਕਾਸ਼ ਵਿੱਚ ਗੰਧਰਵ ਵੀ ਆ ਗਏ ਨੇ, ਸਿੱਧ ਵੀ ਆ ਗਏ ਨੇ। ਸਾਧ ਸੰਗਤ ਜੀ 33 ਕਰੋੜ ਦੇਵਤੇ ਹਨ ਤੇ ਜਕਸ਼ ਹਨ, ਦੇਵ ਦੈਤ ਜਛਨ ਉਪਜਾਇਓ। ਦੇਵਤੇ ਹਨ, ਜਛ ਹਨ, ਗੰਧਰਵ ਹਨ, ਸਾਰੇ ਆ ਗਏ ਹਨ। ਤੇਰੇ ਦੇਵਤਾ ਪੂਰ ਹੋਇਓ ਪ੍ਰਕਾਸ਼ਾ। ਸਾਰਾ ਆਕਾਸ਼ ਭਰ ਗਿਆ ਹੈ, ਗੁਪਤ ਸ਼ਕਤੀਆਂ ਉੱਤੋਂ ਦੇਖ ਰਹੀਆਂ ਹਨ ਮਹਾਰਾਜ ਦਾ ਯੁੱਧ। ਕਹਿੰਦੇ ਬਹੁਤ ਯੁੱਧ ਮਚਿਆ ਹੈ, ਬਹੁਤ ਘਮਸਾਨ ਦਾ ਯੁੱਧ। ਪੇੜੇ ਪੇੜ ਜੋਧਾਰ ਦੇ ਮੱਧ ਸੁਧਨ। ਸੂਰਮੇ ਆਪਸ ਵਿੱਚ ਭਿੜ ਰਹੇ ਨੇ। ਵੱਡੇ ਕਾਂਕ ਕੰਕੰ ਕਈ ਕੂਕ ਕੂਕੈਂ। ਬੜੇ ਕਾਂ ਤੇ ਚਿੱਟੀਆਂ ਚੀਲਾਂ ਤੇ ਗਿੱਧਾਂ ਤੇ ਇੱਲਾਂ ਰੌਲਾ ਪਾ ਰਹੀਆਂ ਨੇ। ਵਖੈ ਮਾਸ ਸੂਰਾਨ ਤੇ ਤੀਰ ਢੂਕੈਂ। ਇਹ ਗਿੱਧਾਂ ਇੱਲਾਂ ਵਗੈਰਾ ਸੂਰਮਿਆਂ ਦਾ ਮਾਸ ਖਾ ਖਾ ਕੇ ਕੂਕਦੀਆਂ ਨੇ। ਵਹਿਓ ਸ਼ਰੋਣ ਚਾਲਾ ਤਰਾ ਲਾਲ ਹੋਈ। ਸਾਧ ਸੰਗਤ ਜੀ ਲਹੂ ਦੇ ਪਰਨਾਲੇ ਵਗ ਰਹੇ ਨੇ, ਧਰਤੀ ਚਮਕੌਰ ਦੀ ਲਾਲ ਹੋ ਗਈ ਹੈ। ਸੁੰਦੀ ਮਨੋ ਚੁਨਰੀ ਨੀਨ ਜੋਈ। ਮਾਨੋ ਇਸ ਧਰਤੀ ਚਮਕੌਰ ਦੀ ਨੇ ਲਾਲ ਰੰਗ ਦੀ ਚੁੰਨੀ ਲੈ ਕੇ ਦੁਲਹਨ ਵਾਲਾ ਭੇਸ ਧਾਰਨ ਕਰ ਲਿਆ ਹੈ। ਦਇਆ ਸਿੰਘ ਆਦਮ ਗੁਰੂ ਪਾਸ ਜਾ ਕੇ। ਭਾਈ ਦਇਆ ਸਿੰਘ ਜੀ ਵਰਗੇ ਸਿਆਣੇ ਸਿੰਘ ਕਲਗੀਧਰ ਜੀ ਦੇ ਕੋਲ ਅਟਾਰੀ 'ਚ ਜਾ ਕੇ ਕਹਿਣ ਲੱਗੇ, ਕਰਮ ਜੋੜ ਦੋਨੋਂ ਬਿਨੈ ਪਾਕ ਕੈ। ਹੱਥ ਜੋੜ ਕੇ ਬੇਨਤੀ ਕਰਦੇ ਭਾਈ ਦਇਆ ਸਿੰਘ ਸੱਚੇ ਪਾਤਸ਼ਾਹ ਜੀ ਨੂੰ, ਮਹਾ
महाराज छोरो लड़ाई अखाड़ा। ਇਹ ਸੱਚੇ ਪਾਤਸ਼ਾਹ ਆਪ ਜੀ ਲੜਾਈ ਦਾ ਅਖਾੜਾ ਛੱਡੋ ਹੁਣ। प्यानो कहूँ को करीजै किनारा। ਇਸ ਲੜਾਈ ਵਿੱਚ ਗੁਪਤ ਰੂਪ ਵਿੱਚ ਆਪ ਜੀ ਕਿੱਧਰ ਨੂੰ ਚਲੇ ਜਾਓ, ਕਿਨਾਰਾ ਕਰ ਜਾਓ, ਤੁਸੀਂ ਨਿਕਲ ਜਾਓ ਇਸ ਘੇਰੇ ਵਿੱਚੋਂ। सबै सिंह जूझे हते शत्रु भारे। ਮਹਾਰਾਜ ਸਿੰਘ ਸ਼ਹੀਦੀਆਂ ਪਾਈ ਜਾ ਰਹੇ ਨੇ ਤੇ ਹੁਣ ਥੋੜੀਆਂ ਫੌਜਾਂ ਰਹਿ ਗਈਆਂ ਨੇ। मरे युद्ध बीच हृदय तीर धारे। ਬਹੁਤ ਸਿੰਘ ਬੜੇ ਬਹਾਦਰੀ ਨਾਲ ਲੜਦੇ ਯੁੱਧ 'ਚ ਸ਼ਹੀਦ ਹੋ ਗਏ ਨੇ। बचे आप को देह चाहें जुझारे। ਪਰ ਇਹ ਸਾਰੇ ਸਿੰਘ ਜਿਹੜੇ ਸ਼ਹੀਦ ਹੋ ਗਏ ਔਰ ਜਿਹੜੇ ਜਿਉਂਦੇ ਸਾਰੇ ਇੱਕੋ ਇੱਛਾ ਰੱਖਦੇ ਆ ਵੀ ਆਪ ਜੀ ਦੀ ਸਲਾਮਤੀ ਰਵੇ, ਤੁਹਾਡਾ ਸਰੀਰ ਬਚਿਆ ਰਹੇਗਾ, ਪੰਥ ਖਾਲਸਾ ਫਿਰ ਹਰਾ ਭਰਾ ਹੋ ਜਾਏਗਾ। तजो जंग को टंग हुजे किनारे। ਮਹਾਰਾਜ ਹੁਣ ਜੰਗ ਦਾ ਢੰਗ ਛੱਡੋ ਤੇ ਕਿਨਾਰਾ ਕਰ ਜਾਓ, ਇੱਥੋਂ ਨਿਕਲ ਜਾਓ। करी बेनती स्वरूप सिंगन केरी। ਮਹਾਰਾਜ ਸੱਚੇ ਪਾਤਸ਼ਾਹ ਖਾਲਸੇ ਦੀ ਸਿੰਘਾਂ ਦੀ ਬੇਨਤੀ ਸੁਣ ਕੇ हसे दीन दयालंग पन्यो ताहें बेरी। ਹੱਸ ਕੇ ਕਹਿਣ ਲੱਗੇ, देखो ठग खेतन बिलासम तमाशा। ਭਾਈ ਦਇਆ ਸਿੰਘ ਜੀ ਖੜਕ ਖੇਤ ਦਾ ਤਮਾਸ਼ਾ ਵੇਖੋ। ਖੜਕ ਖੇਤ ਮੈਂ ਸ਼ਰਨ ਤੇ ਆਈ। ਖੜਕ ਖੇਤ ਅਕਾਲ ਪੁਰਖ ਦਾ ਨਾਮ ਦਸਵੇਂ ਪਾਤਸ਼ਾਹ ਨੇ ਰੱਖਿਆ। ਅਸ ਤੁਜ ਅਸ ਪਾਨ ਖੜਕ ਖੇਤ ਅਸੀਂ ਤੁਜ, ਇਦਾਂ ਦੇ ਬਹੁਤ ਸਾਰੇ ਨਾਮ ਦਸਮ ਗੁਰੂ ਗ੍ਰੰਥ ਸਾਹਿਬ ਵਿੱਚ ਦਸਵੇਂ ਪਾਤਸ਼ਾਹ ਜੀ ਨੇ ਲਿਖੇ ਹਨ। ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਸ ਖੜਕ ਖੇਤ ਦਾ ਤਮਾਸ਼ਾ ਵੇਖੋ। ਖੜਕ ਖੇਤ ਦਾ ਤਮਾਸ਼ਾ ਹੋ ਰਿਹਾ ਹੈ। करो बेग ते बेईमाने विनाशा। ਤੇ ਤੁਸੀਂ ਨਾ ਬੇਈਮਾਨਾਂ ਨੂੰ ਮਾਰੀ ਚੱਲੋ, ਇਹ ਖੜਕ ਖੇਤ ਦੀ ਆਗਿਆ ਵਿੱਚ ਹੋ ਰਹੀ ਹੈ। ਮੈਂ ਹੂੰ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸ਼ਾ। ਦੇਖੋ ਸਾਧ ਸੰਗਤ ਜੀ, ਕਲਗੀਧਰ ਪਾਤਸ਼ਾਹ ਇਹਨੂੰ ਵੀ ਤਮਾਸ਼ਾ ਹੀ ਸਮਝਦੇ ਹਨ। रैया श्री मुख ते सुन कै निकसे। ਮਹਾਰਾਜ ਦੇ ਵਚਨ ਸੁਣ ਕੇ तज पौर कोठौर है दौर अगारी। ਸਿੰਘਾਂ ਦਾ ਇੱਕ ਜਥਾ ਫੇਰ ਬਾਹਰ ਨੂੰ ਨਿਕਲਿਆ। वो हर सिंह सुकीरत सिंह। ਭਾਈ ਮੋਹਰ ਸਿੰਘ ਤੇ ਭਾਈ ਕੀਰਤ ਸਿੰਘ ਜੀ, नंद मृगिंद चलियो बल भारी। ਭਾਈ ਆਨੰਦ ਸਿੰਘ ਜੀ, लाल जो सिंह सो केसरा सिंह। ਭਾਈ ਲਾਲ ਸਿੰਘ ਤੇ ਕੇਸਰਾ ਸਿੰਘ, अमोलक सिंह लहे फलचारी। ਭਾਈ ਅਮੋਲਕ ਸਿੰਘ ਜੀ ਨਿਕਲੇ ਹਨ। ना अस अवसर हाथ परै पुन। ਇਹ ਸਿੰਘ ਸੋਚ ਕੇ ਮੋਹਰ ਸਿੰਘ, ਕੀਰਤ ਸਿੰਘ, ਲਾਲ ਸਿੰਘ, ਕੇਸਰਾ ਸਿੰਘ ਵਗੈਰਾ ਨਿਕਲੇ ਨੇ ਵੀ ਇਹੋ ਜਿਹਾ ਸਮਾਂ ਮੁੜ ਕੇ ਹੱਥ ਨਹੀਂ ਆਉਣਾ। जे होए सम्मत 62 हजारी। ਜੇ 1000 ਸਾਲ ਵੀ ਜੀ ਲਵਾਂਗੇ, ਲੱਖਾਂ ਸਾਲ ਵੀ ਜੀ ਲਵਾਂਗੇ, ਆਹ ਘੜੀ ਨਹੀਂ ਮਿਲਣੀ ਜਿਹੜੀ ਅੱਜ ਸਾਨੂੰ ਮਿਲੀ ਹੈ। मेल को मेल तनेर करियो। ਔਰ ਹੱਲਾ ਕਰਕੇ ਦੁਸ਼ਮਣ ਦੇ ਨੇੜੇ ਜਾ ਪਹੁੰਚੇ ਨੇ। और के ठौर को जे गन आए। ਜਿਹੜੇ ਵੈਰੀ ਦਰਵਾਜ਼ਾ ਤੋੜਨ ਲਈ ਬੂਹੇ ਵੱਲ ਆ ਰਹੇ ਸਨ, ਉਹਨਾਂ ਨੂੰ ਰੋਕਣ ਲਈ ਭਾਈ ਲਾਲ ਸਿੰਘ, ਕੇਸਰਾ ਸਿੰਘ, ਇਹ ਸਾਰੇ ਸਿੰਘ, ਮੋਹਰ ਸਿੰਘ, ਕੀਰਤ ਸਿੰਘ ਬਾਹਰ ਨਿਕਲੇ ਹਨ। आठ कृपान परे तब सिंह। ਇਹ ਸਿੰਘ ਕੁਰਬਾਨਾ ਕੱਢ ਕੇ ਅਮੋਲਕ ਸਿੰਘ ਆਦਿਕ ਵੈਰੀ ਦੇ ਗਲ ਪੈ ਗਏ। अच्छा मुछ कै पुन दूर हटाए। ਤੱਛ ਮੁੱਛ ਵੈਰੀ ਨੂੰ ਵੱਢ ਵੱਢ ਸੁੱਟਦੇ ਯੁੱਧ ਮਚਾ ਦਿੱਤਾ ਹੈ। अंगत जात पहुँच के बाहर। ਔਰ ਤਪਸ਼ਾਲ ਮਾਰ ਕੇ ਵੈਰੀ ਦੇ ਗਲ ਪੈਂਦੇ ਨੇ ਸ਼ੇਰ ਦੀ ਤਰ੍ਹਾਂ। वीर शरीर को देत गिराए। ਵੈਰੀ ਦੇ ਸਰੀਰਾਂ ਨੂੰ ਵੱਢ ਵੱਢ ਸੁੱਟਦੇ ਨੇ। होत खरो अर जो अर कै। ਜਿਹੜਾ ਸਾਹਮਣੇ ਅੜਦਾ ਹੈ, नह जीवत मात मनो नह जाए। ਹਾਂ ਕਹਿੰਦੇ ਉਹ ਜਿਉਂਦਾ ਮੁੜ ਕੇ ਨਹੀਂ ਜਾਂਦਾ, ਜਾਣ ਨਾ ਜਾਏ ਮਾਈਆਂ ਜੂਝੇ ਸੂਰਮ। ਚੰਡੀ ਦੀ ਵਾਰ ਦੀ ਪੰਕਤੀ ਭਾਈ ਸੰਤੋਖ ਸਿੰਘ ਜੀ ਕੋਟ ਕੀਤੀ ਹੈ। ਕਹਿੰਦੇ ਮਾਨੋ ਮਾਵਾਂ ਨੇ ਜੰਮੇ ਹੀ ਕੋਈ ਨਹੀਂ, ਮਰ ਜੋ ਗਏ। ਜਦ ਕਹਿੰਦੇ ਜਿਹੜਾ ਮਰ ਗਿਆ ਉਹ ਸਮਝੋ ਹੋਇਆ ਹੀ ਨਹੀਂ, ਉਹ ਤਾਂ ਜੰਮਿਆ ਹੀ ਕੋਈ ਨਹੀਂ ਸੀ। ਜਾਣ ਨਾ ਜਾਏ ਮਾਈਆਂ, ਇਹਦੇ ਕਈ ਅਰਥ ਨੇ ਦਸਵੇਂ ਪਾਤਸ਼ਾਹ ਦੀ ਪੰਕਤੀ ਦੇ। ਕਹਿੰਦੇ ਜਾਣ ਲੋ ਨਾ ਜਾਏ ਮਾਈਆਂ, ਮਾਵਾਂ ਨੇ ਜੰਮੇ ਕੋਈ ਨਹੀਂ, ਹੋਇਆ ਹੀ ਕੋਈ ਨਹੀਂ, ਮਰ ਜੋ ਗਏ ਹੁਣ ਹੈ ਹੀ ਨਹੀਂ ਤੇ ਨਹੀਂ। ਦੂਜਾ ਅਰਥ ਹੈ ਵੀ ਜਾਣ ਨਾ ਜਾਏ ਮਾਈਆਂ, ਮਾਵਾਂ ਕੋਲੋਂ ਇਹੋ ਜਿਹੇ ਸੂਰਮੇ ਮੁੜ ਕੇ ਜੰਮੇ ਵੀ ਨਹੀਂ ਜਾਣੇ ਜਿਹੜੇ ਚਲੇ ਗਏ। ਹਾਂਜੀ क्या बरनो रन को नित सिंगन। ਆ ਕਹਿੰਦੇ ਉਹਨਾਂ ਸਿੰਘਾਂ ਦੇ ਯੁੱਧ ਦਾ ਕੀ ਵਰਣਨ ਕਰੀਏ। सिंगन ज्यों पबकार परे। ਸ਼ੇਰਾਂ ਤਰ੍ਹਾਂ ਭਬਕੇ ਪਏ ਵੈਰੀ ਦੇ ਗਲ। शंकर शत्रुन को तनगार। ਉਹ ਕਹਿੰਦੇ ਸੈਂਕੜੇ ਵੈਰੀਆਂ ਦੇ ਸਰੀਰ ਗਾਲ ਕੇ मिले चहु औरते बीच घिरे। ਵੈਰੀ ਚ ਘਿਰ ਗਏ ਹਨ। ਭਾਵ ਚਾਰੇ ਪਾਸੇ ਦੁਸ਼ਮਣ ਦੀ ਫੌਜ ਤਾਂ ਉਹਦੇ ਆ ਹੀ ਜਾਣੀ ਹੈ। ਉਹਨਾਂ ਕੋਲ ਤੇ ਲੱਖਾਂ ਫੌਜਾਂ ਹਨ। 100 ਮਰਦਾ 200 ਆ ਜਾਂਦਾ, 200 ਮਰਦਾ 400 ਆ ਜਾਂਦਾ, ਉਹ ਆ ਹੀ ਜਾਂਦੇ ਪਿੱਛੋਂ।
ਏਕਨ ਕੋ ਝਜਕੈ ਉਜਕੈ। ਕਹਿੰਦੇ ਇੱਕ ਨੂੰ ਝੜਕ ਕੇ ਹੀ ਮਾਰ ਦਿੰਦੇ, ਝਜਕਦਾ ਤਾਂ ਦਬਕਾ ਮਾਰਦੇ ਆ ਨਾ ਤੇ ਅਗਲੇ ਦੇ ਉਂਝ ਸਾਹ ਸੁੱਕ ਜਾਂਦੇ ਐ। ਅਰ ਏਕਨ ਕੇ ਹੱਥ ਪ੍ਰਾਨ ਹਰੇ। ਤੇ ਇੱਕ ਨੂੰ ਤੇਗ ਦੇ ਨਾਲ ਚੀਰ ਦਿੰਦੇ ਐ। ਸ੍ਰੀ ਗੁਰੂ ਕੋ ਨਿਜ ਓਜ ਲਖਾਏ। ਆਪਣੇ ਸਤਿਗੁਰੂ ਨੂੰ ਆਪਣਾ ਬਲ ਦਿਖਾਉਂਦੇ ਹਨ, ਆਪਣਾ ਪਰਾਕਰਮ ਦਿਖਾਉਂਦੇ ਹਨ। ਜੇ ਬਹੁ ਕਾਏ ਸੋ ਸੋਨ ਝਰੇ। ਔਰ ਵੈਰੀਆਂ ਨਾਲ ਲੜਦੇ ਲੜਦੇ ਜ਼ਖਮੀ ਹੋ ਕੇ ਸਰੀਰ ਦੇ ਵਿੱਚੋਂ ਲਹੂ ਦੇ ਪ੍ਰਣਾਲੇ ਵਗਣ ਲੱਗੇ ਸਿੰਘਾਂ ਦੇ। ਸੇਲਨ ਸੰਗਨ ਤੁਮਰ ਕੀ। ਸੇਲਿਆਂ ਨਾਲ, ਸਾਂਗਾਂ ਨਾਲ, ਬਰਛਿਆਂ ਨਾਲ, ਤੀਰਾਂ ਨਾਲ ਵੇਦ ਲੈ ਇੱਕ ਬਾਰ ਗਿਰੇ। ਇਹਨਾਂ ਸਿੰਘਾਂ ਦੇ ਸਰੀਰ ਛਾਨਣੀ ਛਾਨਣੀ ਹੋ ਗਏ ਨੇ ਤੇ ਬਾਹਰ ਜੰਗ ਕਰਦੇ ਇੱਕੋ ਵਾਰ ਲੜੇ ਸ਼ਹੀਦ ਹੋ ਗਏ। ਪ੍ਰਾਨ ਕੋ ਤਿਆਗਤ ਪ੍ਰੇਮ ਤੇ ਜਾਗਤ। ਕਹਿੰਦੇ ਪ੍ਰਾਣ ਤਿਆਗ ਦੇ ਗੁਰੂ ਦੇ ਪ੍ਰੇਮ ਚ ਭਿੱਜੇ ਹੋਏ ਸਿੰਘ। ਵੀਰਤਾ ਪਾਗਤ ਰੰਗ ਖਰੇ। ਇਹ ਵੀਰਤਾ ਦੇ ਰੰਗ ਵਿੱਚ ਰੰਗੇ। ਸਾਧ ਸੰਗਤ ਜੀ, ਅੱਜ ਕੱਲ੍ਹ ਗੱਲਾਂ ਕਰਨ ਵਾਲੇ ਸਾਡੇ ਮੇਰੇ ਵਰਗੇ ਗਿਆਨੀ ਉਹ ਕਹਿੰਦੇ ਬਸ ਕੋਈ ਭਗਤੀ ਦੀ ਲੋੜ ਨਹੀਂ, ਕੋਈ ਸਿਮਰਨ ਦੀ ਲੋੜ ਨਹੀਂ, ਕੋਈ ਨਿਤਨੇਮ ਦੀ ਲੋੜ ਨਹੀਂ, ਬੰਦੇ ਨੂੰ ਬਸ ਗਿਆਨ ਹੀ ਹੋਣਾ ਚਾਹੀਦਾ ਹੈ। ਸਾਧ ਸੰਗਤ ਜੀ, ਉੱਥੇ ਚੁੰਚ ਗਿਆਨੀਆਂ ਦਾ ਕੋਈ ਕੰਮ ਨਹੀਂ ਸੀਗਾ, ਉਹ ਭਾਵਨਾ ਵਾਲੇ ਸਿੰਘ ਸੀਗੇ। ਇੱਕ ਪੰਕਤੀ ਉਹ ਸਾਡੇ ਭਰਾ ਬੜੀ ਪੜ੍ਹਦੇ ਗੁਰੂ ਗ੍ਰੰਥ ਸਾਹਿਬ ਵਿੱਚੋਂ, ਅਖੇ ਜੀ ਅਕਲੀ ਕੀਚੈ ਦਾਨ, ਅਕਲੀ ਸਾਹਿਬ ਸੇਵੀਆ, ਅਕਲੀ ਪਾਈਆ ਮਾਨ। ਇਹ ਪੰਕਤੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੈ। ਇਹ ਸ਼ਬਦ ਪੜ੍ਹਦੇ, ਇਸ ਪੰਕਤੀ ਨੂੰ ਪੜ੍ਹ ਲੈਂਦੇ ਵੀ ਅਕਲ ਨਾਲ ਦਾਨ ਕਰੋ, ਵੀ ਗੁਰਦੁਆਰਿਆਂ 'ਚ ਲੰਗਰ ਨਾ ਲਾਓ, ਗੁਰਦੁਆਰਿਆਂ 'ਚ ਅਖੰਡ ਪਾਠ ਨਾ ਕਰਾਓ, ਗੁਰਦੁਆਰਿਆਂ 'ਚ ਪੱਥਰ ਨਾ ਲਵਾਓ, ਗੁਰਦੁਆਰਿਆਂ 'ਚ ਦਾਨ ਨਾ ਕਰੋ। ਇਹ ਉਹਨਾਂ ਦਾ ਹੁਣ ਇਹ ਪ੍ਰਚਾਰ ਹੈ। ਪਰ ਖਾਲਸਾ ਜੀ ਇਸ ਪੰਕਤੀ ਦੇ ਅਖੀਰ 'ਚ ਜਿਹੜੀ ਪੰਕਤੀ ਉਹ ਨਹੀਂ ਪੜ੍ਹਦੇ। ਇਹ ਸ਼ਬਦ ਅਖੀਰ 'ਚ ਪੰਕਤੀ ਇਹ ਹੈ ਕਿ ਮਹਾਰਾਜ ਕਹਿੰਦੇ ਅਕਲ ਇਹ ਨਾ ਆਖੀਏ, ਅਕਲ ਗਵਾਈਏ ਬਾਹਰ। ਮਹਾਰਾਜ ਕਹਿੰਦੇ ਇਹ ਅਕਲ ਨਹੀਂ ਜਿਹੜੀ ਝਗੜਿਆਂ 'ਚ ਗਵਾ ਜਾਵੇ। ਅਕਲ ਇਹ ਨਾ ਆਖੀਏ, ਅਕਲ ਗਵਾਈਏ। ਅਖੀਰ 'ਚ ਇਹ ਨਿਚੋੜ ਕੱਢਿਆ ਵੀ ਜਿਹੜੀ ਵਾਦਾਂ ਵਿਵਾਦਾਂ 'ਚ ਬਹਿਸ਼ਾਂ ਮੁਬਾਹਿਸ਼ਾਂ 'ਚ ਅਕਲ ਗਵਾ ਲੈਣੀ, ਉਹ ਅਕਲ ਨਹੀਂ ਹੁੰਦੀ। ਉਹੋ ਜੀ ਅਕਲ ਨਾਲੋਂ ਮਸਤੀ ਚੰਗੀ। ਭਾਈ ਸਾਹਿਬ ਭਾਈ ਵੀਰ ਸਿੰਘ ਕਹਿੰਦੇ ਹੋਸ਼ਾਂ ਨਾਲੋਂ ਮਸਤੀ ਚੰਗੀ, ਰੱਖਦੀ ਸਦਾ ਟਿਕਾਣੇ। ਆ ਜਿੰਨੀ ਸਿਆਣਪ ਸਾਡੇ ਕੋਲ ਆ ਗਈ, ਅਸੀਂ ਗੁਰੂ ਤੋਂ ਦੂਰ ਹੋ ਗਏ। ਉਹ ਸਿੰਘਾਂ ਦੇ ਕੋਲ ਆ ਚਤਰਾਈਆਂ ਨਹੀਂ ਸੀ। ਇਹ ਮਨ ਚੰਚਲਾ ਚਤਰਾਈ ਕਿਹਨਾਂ ਨੇ, ਉਹ ਮਸਤੀ ਵਿੱਚ ਸਨ। ਗੁਰੂ ਦੇ ਪਿਆਰ ਦੀ ਮਸਤੀ ਸੀ। ਭਾਈ ਸੰਤੋਖ ਸਿੰਘ ਲਿਖਦੇ ਆ, ਸਾਚ ਕਹੋ ਸੁਨ ਲਿਓ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਕਿੰਨਾ ਕੁ ਪਿਆਰ ਹੋਵੇਗਾ, ਕੋਈ ਆਪਣੇ ਪਰਿਵਾਰ ਵਾਸਤੇ ਨਹੀਂ ਮਰਦਾ, ਆਪਣੇ ਭਰਾ ਵਾਸਤੇ ਨਹੀਂ ਮਰਦਾ, ਆਪਣੇ ਪਿਓ ਵਾਸਤੇ ਨਹੀਂ ਮਰਦਾ, ਉਹ ਗੁਰੂ ਵਾਸਤੇ ਮਰੇ ਤੇ ਇਦਾਂ ਖੁਸ਼ੀ ਨਾਲ ਸ਼ਹੀਦੀਆਂ ਪਾਉਂਦੇ ਹਨ। ਮਾਰਨ ਚਾਹਤ ਸ਼ਤਰਨ ਗਾਹਤ। ਉਹ ਵੈਰੀਆਂ ਦੇ ਦਲਾਂ ਨੂੰ ਗਾਂਦੇ ਫਿਰਦੇ ਤੇ ਮਾਰਦੇ ਫਿਰਦੇ ਹਨ। ਯੁੱਧ ਉਮਾਹਤ ਸਿੰਘ ਮਰੇ। ਕਹਿੰਦੇ ਯੁੱਧ ਚਾਹੁੰਦੇ ਹੋਏ ਸਿੰਘ ਮਰੇ ਹਨ, ਸ਼ਹੀਦ ਹੋਏ ਹਨ ਚਮਕੌਰ ਦੀ ਗੜੀ ਵਿੱਚ। ਸ੍ਰੀ ਗੁਰੂ ਸ਼ੋਰਤ ਤੀਰ ਤਰਾ ਉੱਤੋਂ ਮਹਾਰਾਜ ਦਰੀਚੀ ਤੋਂ ਤੜਾ ਤੜ ਤੀਰ ਛੱਡੀ ਜਾਂਦੇ ਨੇ। ਜਿੱਥੇ ਸਿੰਘ ਜਾਂਦੇ ਨੇ ਉਧਰ ਮਹਾਰਾਜ ਧਿਆਨ ਰੱਖਦੇ ਨੇ ਵੀ ਜਿਹੜਾ ਸਾਡੇ ਸਿੰਘਾਂ ਨੂੰ ਮਾਰਨਾ ਆ, ਉਹਨੂੰ ਦੂਰੋਂ ਹੀ ਮਹਾਰਾਜ ਉੱਤੋਂ ਤੀਰ ਨਾਲ ਪਰੇ ਕਰ ਦਿੰਦੇ। ਉਹ ਸਿੰਘਾਂ ਨੂੰ ਮਾਰਨ ਜਿਹੜੇ ਆਉਂਦੇ ਆ ਨਾ, ਮਹਾਰਾਜ ਤੀਰਾਂ ਦਾ ਉੱਥੇ ਮੀਂਹ ਲਾਉਂਦੇ ਆ, ਸਿੰਘਾਂ ਨੂੰ ਮੌਕਾ ਮਿਲ ਜਾਂਦਾ, ਉਹ ਹੋਰ ਪਾਸੇ ਜਾ ਕੇ ਵੈਰੀ ਦਾ ਨੁਕਸਾਨ ਕਰ ਜਾਂਦੇ। ਜੋ ਤਰ ਆਵਤ ਪ੍ਰਾਨ ਹਰੇ। ਦਸਵੇਂ ਪਾਤਸ਼ਾਹ ਦੀ ਤੀਰ ਦੀ ਰੇਂਜ ਆ ਜਾਂਦਾ, ਉਹਦੇ ਪ੍ਰਾਣ ਪੰਖੇ ਉੱਡ ਜਾਂਦੇ। ਨਾਹਰ ਖਾਨ ਕਰੋ ਰਣ ਜ਼ਾਹਰ। ਇਸ ਵੇਲੇ ਇੱਕ ਪ੍ਰਾਣ ਬਹੁਤ ਨੌਜਵਾਨ 7.5 ਫੁੱਟ ਲੰਮਾ ਉੱਚਾ ਬੜਾ ਜਵਾਨ ਨਾਹਰ ਖਾਨ ਸਿੰਘਨ ਮਾਰ ਕੇ ਹੋਇਓ ਅਗਾਰੀ। ਇਹਨਾਂ ਭਾਈ ਮੋਹਰ ਸਿੰਘ, ਕੇਰ ਸਿੰਘ, ਕੀਰਤ ਸਿੰਘ, ਕੇਸਰ ਸਿੰਘ, ਲਾਲ ਸਿੰਘ ਨੂੰ ਮਾਰ ਕੇ ਅੱਗੇ ਵਧਿਆ। ਕਾਇਨ ਕੀ ਕਰ ਚੰਚਲ ਤਾਲ ਚ ਹੈ। ਇਹ ਬੜਾ ਜਵਾਨ ਸੀ, ਪੈਰਾਂ ਦੀ ਬੜੀ ਚੰਚਲਤਾ ਕਰਕੇ ਕੋਟ ਕੀ ਪੀਤ ਕੇ ਜਾਓ ਮੁਝਾਰੀ। ਇਹਨੇ ਇਰਾਦਾ ਕੀਤਾ ਵੀ ਮੈਂ ਕਿਲੇ ਦੇ ਅੰਦਰ ਵੜਾਂ, ਗੜੀ ਦੇ ਅੰਦਰ ਵੜਨਾ ਚਾਹੁੰਦਾ ਹੈ। ਨਾਹਰ ਖਾਨ ਆਪਣੀ ਧੂਰ ਬਹਾਦਰੀ ਕੋ। ਆਪਣੀ ਬਹਾਦਰੀ ਦੇ ਜੌਹਰ ਦਿਖਾਉਂਦਾ ਹੋਇਆ। ਖਰਾਬਤ ਹੈ ਕਰ ਕੌਤਕ ਭਾਰੀ। ਇਹ ਮਲੇਰਕੋਟਲੇ ਵਾਲੇ ਦਾ ਭਰਾ ਸੀ ਸਾਧ ਸੰਗਤ ਜੀ, ਸ਼ੇਰ ਮੁਹੰਮਦ ਦਾ, ਤੇ ਆਪਣਾ ਬਲ ਦਿਖਾਉਂਦਾ ਅੱਗੇ ਆ ਗਿਆ। ਸ੍ਰੀ ਗੁਰੂ ਕੀ ਤਬ ਡੀਠ ਕਰਿਓ। ਦਸਵੇਂ ਪਾਤਸ਼ਾਹ ਮਹਾਰਾਜ ਨੂੰ ਮਾਰਨ ਵਾਸਤੇ ਇਹਨੇ ਪੌੜੀ ਲਾਈ ਤੇ ਜਦੋਂ ਪੌੜੀ ਚੜ੍ਹਨ ਲੱਗਾ ਨਾ ਗੜੀ ਨੂੰ, ਤੇ ਮਹਾਰਾਜ ਦੀ ਨਿਗਾਹ ਪੈ ਗਿਆ। ਕਰ ਚੂਰਨ ਪਾਕ ਹਰ ਤੀਰ ਸੰਚਾਰੀ। ਬੜੀ ਫੁਰਤੀ ਨਾਲ ਪਾਤਸ਼ਾਹ ਨੇ ਤੀਰ ਚਿੱਲੇ ਚਾੜਿਆ। ਗਿਆਨ ਬਹੀਨ
ਕਿਰਪਾਨ ਨਚਾਵਤ। ਕਹਿੰਦੇ ਸੱਜੇ ਹੱਥ 'ਚ ਨੰਗੀ ਤਲਵਾਰ ਤੇ ਖੱਬੇ ਢਾਲ ਤੇ ਪੌੜੀ ਨੂੰ ਹੱਥ ਪਾਇਆ ਤੇ ਉੱਤੇ ਚੜੀ ਜਾਂਦਾ, ਛਾਲਾਂ ਮਾਰਦਾ, ਉੜਦਾ ਹੀ ਹੁੰਦਾ ਹੈ। ਦੂਸਰ ਪਾਨ ਮਹਿ ਢਾਲ ਸੰਭਾਰੇ। ਖੱਬੇ ਹੱਥ ਢਾਲ ਤੇ ਸੱਜੇ ਤਲਵਾਰ। ਨਾਰਖਾਂ ਗੁਰੂ ਕਲਗੀਧਰ ਦਾ ਸਿਰ ਵੱਢਣ ਦਾ ਇਰਾਦਾ ਲੈ ਕੇ ਚੜਿਆ ਉੱਤੇ। ਦੌਰਤ ਏਕ ਦੀਵਾਰ ਤਜੀ। ਕਹਿੰਦੇ ਦੌੜਦਿਆਂ ਆ ਕੇ ਦੀਵਾਰ ਟੱਪਿਆ। ਗੜਹੂ ਕੇ ਦੀਵਾਰ ਕੋ ਜਾਤ ਨਿਹਾਰੇ। ਤੇ ਜਦੋਂ ਉਹ ਵੇਖਿਆ ਵੀ ਮੈਂ ਉੱਪਰ ਚੜਾਂਗਾ ਕਿਲੇ ਦੀ ਕੰਧ ਨੂੰ, ਕਾਨ ਲੋ ਤਾਨ ਕੇ ਬਾਨ ਤਜਿਓ ਸੋ। ਮਹਾਰਾਜ ਨੇ ਜਫਰਨਾਮੇ 'ਚ ਬਚਨ ਲਿਖਿਆ, ਚੂ ਦੀਦਮ ਕੇ ਨਾਹਾ ਬਿਆਮ ਬਜੰਗ। ਮਹਾਰਾਜ ਕਹਿੰਦੇ ਮੈਂ ਵੇਖਿਆ ਨਾਰਖਾਂ ਆ ਰਿਹਾ ਮੇਰੇ ਵੱਲ। ਮੈਂ ਜਦੋਂ ਵੇਖਿਆ ਤਾਂ ਫਿਰ ਕੰਨਾਂ ਦੇ ਖਿੱਚ ਕੇ ਤੀਰ ਛੱਡਿਆ। ਅਚਾਨਕ ਜਾਏ ਲੱਗਿਓ ਹੋਏ ਪਾਰੇ। ਤੇ ਮਹਾਰਾਜ ਸੱਚੇ ਪਾਤਸ਼ਾਹ ਦਾ ਤੀਰ ਉਹਦੀ ਛਾਤੀ 'ਚ ਲੱਗਾ ਤੇ ਸਾਰ ਪਾਰ ਲੰਘਿਆ ਸੁਕਾਈ। ਜਿਉਂ ਉੱਡ ਕੇ ਵੱਡ ਸਰਪ ਗਇਓ। ਜਿਵੇਂ ਉੱਡ ਕੇ ਸੱਪ ਜਾਂਦਾ ਹੈ। ਗਰਮੀ ਵਰ ਕੈ ਨਹਿ ਅੰਗ ਦਿਖਾਰੇ। ਤੇ ਉਹ ਜਿਹੜਾ ਸੱਪ ਹੈ ਨਾ, ਉਹ ਜਦੋਂ ਖੁੱਡ 'ਚ ਵੜਦਾ ਤੇ ਫਿਰ ਉਹ ਦਿਸਦਾ ਨਹੀਂ। ਏਦਾਂ ਉਹਦੀ ਛਾਤੀ ਰੂਪੀ ਖੁੱਡ 'ਚ ਤੀਰ ਵੱਜਾ ਤੇ ਸਾਰ ਪਾਰ ਲੰਘਿਆ, ਦਿਸਿਆ ਨਹੀਂ ਉਹਦੇ। ਪੀਛਨ ਪੀਛਨ ਛੋਰਿਓ ਨਿਰੀਛਤ। ਮਹਾਰਾਜ ਨੇ ਤਿੱਖਾ ਧਿਆਨ ਭਿਆਨਕ ਖਪਰਾ ਛੱਡਿਆ। ਛਾਲ ਉਛਾਲਤ ਕੀ ਲਗ ਛਾਤੀ। ਛਾਲਾਂ ਮਾਰਦੇ ਦੀ ਛਾਤੀ 'ਚ ਵੱਜਾ ਨਾਰਖਾਂ ਦੀ। ਪਾਏ ਪਸਾਰ ਪਰਿਓ ਤਬ ਹੂੰ। ਪੌੜੀ ਤੋਂ ਧੜਮ ਕਰਕੇ ਡਿੱਗਾ, ਸਿਰ ਥੱਲੇ ਹੋ ਗਿਆ, ਲੱਤਾਂ ਉੱਤੇ, ਪੈਰ ਪਸਾਰ ਕੇ ਡਿੱਗਾ ਜਾ ਕੇ। ਮਹਿ ਰਹੇਗੀ ਕਰਵਾਰ ਕੰਪਾਤੀ। ਤਲਵਾਰ ਕੰਬਦੀ ਹੱਥ ਵਿੱਚ ਹੀ ਰਹਿ ਗਈ ਤੇ ਢਾਲ ਦੂਜੇ ਹੱਥ ਵਿੱਚ ਰਹਿ ਗਈ। ਪਾਰ ਪਰਿਓ ਸਰ ਸ਼ੂਕ ਗੜਿਓ ਧਰ। ਜਦੋਂ ਤੀਰ ਪਾਰ ਲੰਘਿਆ ਤੇ ਧਰਤੀ 'ਚ ਗੱਡ ਗਿਆ ਤੀਰ ਜਾ ਕੇ। ਯੋ ਥਲਿਓ ਉਪਮਾ ਉਪਜਾਤੀ। ਕਵੀ ਜੀ ਕਹਿੰਦੇ ਏਦਾਂ ਉਥਲ ਕੇ ਸੁੱਟਿਆ, ਮੇਰੇ ਮਨ 'ਚ ਇਉਂ ਉਪਮਾ ਹੁੰਦੀ ਹੈ। ਵਾਓ ਸੋ ਵੇਗ ਵਿਸਾਲ ਬਹਿਓ। ਮਨ ਨੂੰ ਬੜਾ ਤੇਜ਼ ਤੂਫਾਨ ਹਵਾ ਦਾ ਝੋਂਕਾ ਆਇਆ ਹੋਵੇ। ਧਰਤੇ ਛਿਨ ਮੁੱਲ ਕਰਾ ਪੈਪ ਪਾਤੀ। ਬੜਾ ਵੱਡਾ ਦਰਖਤ ਜੜ ਤੋਂ ਪੱਟ ਕੇ ਸੁੱਟਦਾ ਹੋਵੇ। ਨਾਰਖਾਂ ਦਰਖਤ ਵਰਗਾ ਜੋ ਸੂਰਮਾ ਸੀ, ਧੜਮ ਕਰਕੇ ਡਿੱਗਾ, ਧਰਤੀ ਕੰਬ ਗਈ। ਮੁਗਲੇ ਜੋ ਪਠਾਨ ਦੇ ਲੋਕਤ ਥੇ। ਜਿਹੜੇ ਮੁਗਲ ਪਠਾਨ ਦੇਖ ਰਹੇ ਸੀ, ਪੈ ਪਾਏ ਮਹਾ ਦਬ ਕੇ ਪਿਛਵਾਈ। ਕਹਿੰਦੇ ਉਹ ਵੀ ਦਬ ਗਏ, ਉਹ ਵੀ ਭੈ ਪੀਤ ਹੋ ਗਏ ਵੀ ਜੇ ਐਡਾ ਨਾਰਖਾਂ ਨਹੀਂ ਛੱਡਿਆ, ਹੁਣ ਸਾਨੂੰ ਵੀ ਪਾਰ ਬੁਲਾਣਗੇ ਗੁਰੂ ਜੀ। ਖਵਾਜ ਦੀਵਾਰ ਕੇ ਸਾਇਓ। ਖਵਾਜਾ ਮਰਦੂਦ ਵੀ ਉਹਦੇ ਪਿੱਛੇ ਨਾਰਖਾਂ ਦੇ ਸੀਗਾ, ਉਹਦਾ ਭਰਾ ਹੀ ਸੀ। ਉਹਨੂੰ ਜਦੋਂ ਮਹਾਰਾਜ ਨੇ ਵੇਖਿਆ ਤੇ ਉਹ ਨਾ ਮਹਾਰਾਜ ਦੇ ਤੀਰ ਤੋਂ ਡਰਦਾ ਮਾਰਾ ਦੀਵਾਰ ਦੇ ਓਹਲੇ ਹੋ ਗਿਆ। ਸੱਚੇ ਪਾਤਸ਼ਾਹ ਜਫਰਨਾਮੇ 'ਚ ਇਦਾਂ ਲਿਖਦੇ ਕਿ ਖਵਾਜਾ ਮਰਦੂਦ ਸ਼ਾਏ ਦੀਵਾਰ। ਮਹਾਰਾਜ ਕਹਿੰਦੇ ਖਵਾਜਾ ਮਰਦੂਦ ਦੀਵਾਰ ਦੇ ਛਾਏ ਵਿੱਚ ਲੁਕ ਗਿਆ। ਬੈਠ ਰਹੇ ਹੋ ਤਨ ਕਾ ਨੁਕਸਾਈ। ਕਹਿੰਦੇ ਉੱਥੇ ਬਹਿ ਰਿਹਾ ਤੇ ਉਹ ਉੱਪਰ ਹੋਇਆ ਹੀ ਨਹੀਂ, ਸਿਰ ਹੀ ਨਹੀਂ ਉੱਚਾ ਕੀਤਾ, ਡਰਦਾ ਮਾਰਾ। ਜਿਵੇਂ ਉਹ ਪਿੰਡਾਂ ਦੀ ਦੀਵਾਰਾਂ ਦੇ ਨਾਲ ਨਾਲ ਵਹਿਣੀਆਂ ਨਹੀਂ ਹੁੰਦੀਆਂ ਨਾਲੀਆਂ ਜੀਆਂ, ਉਹਦੇ ਵਿੱਚ ਹੀ ਲੁਕ ਗਿਆ। ਬਟ ਔਰਤੇ ਹੋਰ ਹੈਰਾਨ ਪਏ। ਹੋਰ ਸੂਰਮੇ ਵੀ ਹੈਰਾਨ ਹੋ ਗਏ। ਸਰਦਾਨ ਮਹਾਨ ਹਨਿਓ ਸਰ ਆਈ। ਐਡਾ ਵੱਡਾ ਯੋਧਾ ਨਾਰਖਾਂ ਮਾਰਿਆ ਗਿਆ, ਵੇਖ ਕੇ ਸਾਰਿਆਂ ਦੇ ਸਾਹ ਸੁੱਕ ਗਏ। ਗਨ ਤੀਰ ਤੁਖੰਗ ਹਨੇ ਫਿਰ ਹੋਇਆ ਕਰ। ਕਹਿੰਦੇ ਦੂਰ ਖਲੋ ਕੇ ਉਹਨੂੰ ਤੀਰ ਚਲਾਉਂਦੇ, ਗੜੀ ਵੱਲ ਮੂੰਹ ਨਹੀਂ ਕਰਦੇ। ਪੈਰ ਨ ਘਾਲਤ ਹੈ ਅਗਵਾਈ। ਅੱਗੇ ਪੈਰ ਨਹੀਂ ਕਰਦੇ। ਖਵਾਜਾ ਦੁਰਿਓ ਲੱਖ ਕਹਿ ਗਤ ਤਾਹੇ। ਕਹਿੰਦੇ ਖਵਾਜਾ ਮਰਦੂਦ ਦੀਵਾਰ ਦੇ ਉਹਲੇ ਲੁਕਿਆ ਰਿਹਾ 5-7 ਮਿੰਟ, ਉਹਨੇ ਸਿਰ ਹੀ ਨਹੀਂ ਉੱਚਾ ਕੀਤਾ। ਹੋਏ ਗੈਰਤ ਖਾਨ ਕਰੀ ਚਪਲਾਈ। ਤੇ ਫਿਰ ਉਹਨਾਂ ਦਾ ਇੱਕ ਹੋਰ ਸਾਥੀ ਗੈਰਤ ਖਾਂ ਉਹਦਾ ਭਾਈ, ਕਹਿੰਦੇ ਨੇ ਉਹ ਚੰਚਲ ਪੈਰਾਂ ਨਾਲ ਵਧਿਆ ਅੱਗੇ। ਕੋਟ ਦੀਵਾਰ ਕੋ ਆਵਨ ਲਾ। ਉਹਨੇ ਹੌਸਲਾ ਕੀਤਾ ਵੀ ਇਹ ਤਾਂ ਖਵਾਜਾ ਮਰਦੂਦ ਦਾ ਪੈ ਹੀ ਗਿਆ, ਹੁਣ ਮੈਨੂੰ ਕੁਝ ਕਰਨਾ ਚਾਹੀਦਾ। ਉਹ ਦੀਵਾਰ ਵੱਲ ਨਾਰਖਾਂ ਦੇ ਪੈੜਾਂ ਤੇ ਅੱਗੇ ਵਧਿਆ। ਪਰਿਓ ਜਿਹ ਨਾਹਰ ਖਾਂ ਅਗਵਾਈ। ਜਿੱਥੇ ਨਾਰਖਾਂ ਮਰਿਆ ਪਿਆ ਸੀ, ਗੈਰਤ ਖਾਂ ਉਧਰ ਆਇਆ। ਸ੍ਰੀ ਗੁਰੂ ਡੀਠ ਪਰਿਓ ਤਬ ਹੂੰ। ਮਹਾਰਾਜ ਦੀ ਨਿਗਾਹ ਪੈ ਗਿਆ ਗੈਰਤ ਖਾਂ ਵੀ। ਤਤਕਾਲ ਹੀ ਤੀਰ ਲੈ ਜੇ। ਮਹਾਰਾਜ ਨੇ ਦੂਜਾ ਤੀਰ ਲੈ ਕੇ ਫਿਰ ਚਿੱਲੇ ਚਾੜਿਆ। ਐਂਚਿਤ ਛੋੜ ਦਿਓ ਸਰ ਕੋ। ਕੰਨਾਂ ਦਾ ਹੀ ਖਿੱਚ ਕੇ ਛੱਡਿਆ। ਦਿਓ ਅਰ ਓੜ ਦਿਓ ਉਥਲਾਈ। ਉਹ ਵੀ ਉਹਦੀ ਛਾਤੀ 'ਚ ਮਾਰਿਆ ਤੇ ਉਥਲ ਕੇ ਗੈਰਤ ਖਾਂ ਵੀ ਡਿੱਗਾ ਨਾਰਖਾਂ ਦੇ ਕੋਲ। ਸਰਦਾਰ ਹਤੇ ਜਬਰਿਆਂ। ਜਦੋਂ ਦੋ ਵੱਡੇ ਸਰਦਾਰਿਆਂ ਮਾਰਤੇ, ਤਬ ਸਾਇਓ ਦੀਵਾਰ ਕੋ ਤਿਆਗਤ ਨਾਹੀ। ਫਿਰ ਕਹਿੰਦੇ ਕੋਈ ਕੰਧ ਦਾ ਉਹਲਾ ਛੱਡਦੇ ਹੀ ਨਹੀਂ, ਫਿਰ ਕੰਧ ਦੇ ਉਹਲਿਆਂ ਉੱਪਰ ਸਿਰ ਕਰਦੇ ਹੀ ਨਹੀਂ, ਡਰਦੇ ਮਾਰੇ ਸਾਰੇ ਹੀ ਛਹਿ ਗਏ, ਜਿਵੇਂ ਕਬੂਤਰੀ ਛਹਿ ਜਾਂਦੀ ਬਾਜ ਨੂੰ ਵੇਖ ਕੇ। ਕਾਇਰ ਹੋਇਆ ਥਿਰ ਹੋਰ
ਬਹੁਤ ਭਏ। ਕਹਿੰਦੇ ਕਾਇਰ ਬੁਝਦਿਲ ਬਣ ਗਏ ਤੇ ਕੰਧ ਦੇ ਓਲੇ ਹੋ ਗਏ। ਆਏ ਸਕੈ ਸੋ ਮੈਦਾਨ ਕੇ ਮਾਹੀ। ਮੈਦਾਨ 'ਚ ਨਹੀਂ ਆ ਸਕਦੇ ਹੁਣ। ਔਰ ਦਿਸ਼ਾਗਨ ਛਤਰ ਬਿਲੋਕਤ। ਕਹਿੰਦੇ ਹੋਰ ਪਾਸਿਓਂ ਗੋਲੀਆਂ ਤੀਰ ਚਲਾਉਣ ਲੱਗੇ। ਬਾਨਨ ਕੀ ਬਰਖਾ ਤਜ ਤਾਹੀ। ਕਹਿੰਦੇ ਉੱਥੋਂ ਤੀਰ ਚਲਾਉਂਦੇ ਨੇ ਪਰ ਸਾਹਮਣੇ ਨਹੀਂ ਆਉਂਦੇ ਦਰਵਾਜ਼ੇ ਵਾਲੇ ਪਾਸੇ। ਇਹ ਦਿੱਤ ਪੰਚੇ ਸਾਤ ਕੇ 9-10। ਮਹਾਰਾਜ ਦਾ ਤੀਰ ਪੰਜਾਂ ਦਸਾਂ ਨੂੰ ਵਿੰਨੀ ਜਾਂਦਾ ਹੈ। ਮਾਰ ਹਜ਼ਾਰ ਹੋ ਕੋ ਬਿਨ ਸਾਹੀ। ਹਜ਼ਾਰਾਂ ਨੂੰ ਮਾਰ-ਮਾਰ ਸੁੱਟਦੇ ਨੇ। ਕੇਤਕ ਸਿੰਘ ਮਰੇ ਲਰ ਬਾਹਰ। ਕਹਿੰਦੇ ਕਈ ਸਿੰਘ ਲੜ ਕੇ ਸ਼ਹੀਦ ਹੋ ਗਏ। ਜ਼ਾਹਰ ਜੰਗ ਦਿਖਾਏ ਉਦਾਰੇ। ਆਪਣਾ ਯੁੱਧ ਕਰਕੇ ਕੇਤਕ ਅੰਤਰ ਵੀਰ ਨਿਰੰਤਰ। ਕੁਝ 20 ਸਿੰਘ ਸ਼ਹੀਦ ਹੋ ਗਏ ਤੇ 20 ਸਿੰਘ ਰਹਿ ਗਏ ਹਨ। ਜਿਤ ਹੈ ਸਰਬਿੰਦ ਹੈ ਮਾਰੇ। ਤੇ ਜੰਗ ਅਜੇ ਜਾਰੀ ਹੈ। ਸੋਰਤ ਗੋਰੀ ਲਗੇ ਰਕੋਰੀ। ਗੋਲੀਆਂ ਚੱਲ ਰਹੀਆਂ ਨੇ, ਵੈਰੀ ਵੱਲ ਜਾਂਦੀਆਂ ਨੇ। ਸਰੀਰਨ ਫੋਰਜ ਨੀ ਪਰ ਡਾਰੇ। ਵੈਰੀਆਂ ਦੇ ਸਰੀਰ ਵਿੰਨ ਸੁੱਟਦੀਆਂ ਨੇ। ਵੇਦ ਕੋ ਪਾਵਤ ਆਵਤ ਧਾਵਤ। ਹੱਲਾ ਕਰ ਕਰਕੇ ਵੈਰੀ ਹੋਰ ਆ ਜਾਂਦੇ ਨੇ ਪਿੱਛੋਂ। ਪ੍ਰਾਨ ਗਵਾਵਤ ਕੁੰਜ ਜੁਝਾਰੇ। ਔਰ ਉਹਨਾਂ ਦੇ ਬੰਦੇ ਮਰੀ ਜਾ ਰਹੇ ਨੇ ਪਰ ਉਹ ਪਿੱਛੋਂ ਹੋਰ ਆਈ ਜਾਂਦੇ ਨੇ। ਦੇਖ ਮਿਲੇ ਉਮਰਾਵ ਕਹੈ। ਸਾਰੇ ਅਫਸਰ ਆਪਸ 'ਚ ਗੱਲਾਂ ਕਰਦੇ ਨੇ। ਸਭ ਹੀ ਇੱਕ ਬਾਰ ਕਰੋ ਬਟਹੇ। ਸਾਰੇ ਇੱਕੋ ਵਾਰੀ ਹੱਲਾ ਕਰ ਦਈਏ, ਤਗੜਾ ਹੱਲਾ ਕਰੀਏ। ਦੂਤ ਪਰੋ ਗੜ ਅੰਤਰ ਸੰਮੁਖ। ਕੁੱਦ ਕੇ ਆਪਾਂ ਗਲੀ ਦੇ ਅੰਦਰ ਵੜ ਚਲੀਏ। ਲੱਖਨ ਕੋ ਕਿਮ ਉਪਰ ਝੇਲਾ। ਲੱਖਾਂ ਨੂੰ ਇਹ ਕਿਵੇਂ ਰੋਕ ਲੈਣਗੇ। ਗੋਬਿੰਦ ਸਿੰਘ ਗੁਰੂ ਕਹਿ ਲੀਜਹਿ। ਗੁਰੂ ਗੋਬਿੰਦ ਸਿੰਘ ਨੂੰ ਫੜ ਲਓ। ਲੀਜਹਿ ਓਜ ਪਲੋ ਅਬ ਬੇਲਾ। ਇਹੀ ਮੌਕਾ ਹੈ, ਇਸ ਮੌਕਾ ਸੰਭਾਲ ਲਓ। ਜੰਗ ਕੋ ਅੰਤ ਕਰੋ ਚਲ ਛਾਵ। ਅੱਜ ਗੁਰੂ ਗੋਬਿੰਦ ਸਿੰਘ ਨੂੰ ਮਾਰ ਕੇ 30 ਸਾਲ ਦੀ ਲੜਾਈ ਖਤਮ ਕਰ ਦਈਏ। ਲੈ ਬਖਸ਼ੀਸ਼ ਕੋ ਜੈ ਸੁਹੇਲਾ। ਔਰ ਬਾਦਸ਼ਾਹ ਕੋਲੋਂ ਬਖਸ਼ਾਂ ਲਵਾਂਗੇ। ਜੋ ਕਹਿ ਕਹਿ ਚਹੂੰ ਔਰ ਵਿਕਰੇ। ਏਦਾਂ ਕਹਿ ਕੇ ਫਿਰ ਚਾਰੇ ਪਾਸੋਂ ਹੱਲਾ ਕਰਵਾਇਆ। ਬੋਲ ਪਰੇ ਕਰ ਹੇਲ ਵਿਸਾਲਾ। ਯਾ ਅਲੀ ਯਾ ਮੁਹੰਮਦ ਦੇ ਹਰ ਹਰ ਮਹਾਦੇਵ ਦੇ ਨਾਰੇ ਮਾਰ ਕੇ ਪੈ ਗਏ। ਜੋਤ ਕੁਲਾਹਰ ਵੀਰ ਚਲਾ। ਬੜਾ ਰੌਲਾ ਪਿਆ, ਬੜਾ ਚਲਾ ਚਲ ਯੁੱਧ ਮਚਿਆ। ਲੱਖੋਂ ਹਲਾ ਹਲਕੂਕ ਕਰਾਲਾ। ਲੱਖਾਂ ਵੈਰੀ ਹੱਲਾ ਤੇ ਹੱਲਾ ਕਰਦੇ, ਮਾਰ ਲੋ ਕਰਦੇ ਕੂਕਦੇ ਆ ਗਏ। ਤੁਫੰਗ ਤੜਾ ਪੜ ਮਾਚ। ਕਾੜ ਕਰਦੀਆਂ ਗੋਲੀਆਂ, ਛਾੜ ਕਰਦੇ ਤੀਰ ਫਿਰ ਚੱਲਣ ਲੱਗੇ। ਰਾਜਤ ਸੋਨ ਖਰੇ ਅਲਬਾਲਾ। ਕਹਿੰਦੇ ਲਹੂ ਧਰਤੀ ਦੇ ਵਿੱਚ ਮਿਲ ਕੇ ਗਾਰਾ ਬਣਾਈ ਜਾਂਦਾ ਹੈ। ਕਾਇਲ ਹੋਏ ਗਿਰ ਭੂਮ ਪਰੇ। ਸੂਰਮੇ ਜ਼ਖਮੀ ਹੋ ਧਰਤੀ ਤੇ ਡਿੱਗਦੇ ਨੇ। ਕਰਤ ਹੈ ਤਨ ਲੋਟਤ ਪ੍ਰਾਪਤ ਕਾਲਾ। ਉਹ ਤੜਫਦੇ ਨੇ, ਲਾਸ਼ਾਂ ਵਿਛੀਆਂ ਪਈਆਂ ਧਰਤੀ ਤੇ। ਸ੍ਰੀ ਗੁਰੂ ਗੋਬਿੰਦ ਸਿੰਘ ਬਿਲੋਕਤ। ਮਹਾਰਾਜ 10ਵੇਂ ਪਾਤਸ਼ਾਹ ਉੱਤੋਂ ਵੇਖ ਕੇ ਲੋਕਤ ਸ਼ੋਕ ਤੇ ਸ਼ਤਰਨ ਕੋ। ਤੀਰਾਂ ਦੇ ਨਾਲ ਵੈਰੀ ਦੇ ਆਉਂਦੇ ਦਲ ਨੂੰ ਰੋਕਦੇ ਨੇ। ਬਾਣ ਸਮੂਹ ਪ੍ਰਹਾਰਤ ਹੈ। ਲਗਾਤਾਰ ਸਤਿਗੁਰੂ ਤੀਰਾਂ ਦਾ ਮੀਂਹ ਵਰਾਈ ਜਾਂਦੇ ਨੇ। ਮਦ ਆਗੇ ਜੋ ਆਵਤ ਦੈ ਹਨ ਕੋ। ਜਿਹੜਾ ਅੱਗੇ ਵੱਧਦਾ ਮਾਰ ਸੁੱਟਦੇ ਸਤਿਗੁਰੂ। ਲੋਥਨ ਪੋਥਨ ਢੇਰ ਗਏ ਲਗ। ਲਾਸ਼ਾਂ ਦੇ ਢੇਰ ਲੱਗ ਗਏ। ਉੱਪਰ ਨੀਚੇ ਪਰ ਤਨ ਕੋ। ਉੱਪਰ ਥੱਲੇ ਪਏ ਨੇ, 5 7 ਲਾਸ਼ਾਂ ਇੱਕੋ ਇੱਕ ਥਾਂ ਤੇ ਪਈਆਂ ਨੇ ਉੱਪਰ ਥੱਲੇ। ਗਿਰ ਸਿੰਘ ਸਰਵੈ ਜਲ ਕੋ। ਕਹਿੰਦੇ ਜਿਵੇਂ ਸਮੁੰਦਰ ਦੇ ਪਹਾੜ ਦੇ ਉੱਤੋਂ ਨਦੀ ਦਾ ਪਾਣੀ ਚਸ਼ਮਾ ਡਿੱਗਦਾ ਹੈ। ਮਿਸ਼ੋਨ ਚਲਿਓ ਸ਼ਬ ਢੇਰਨ ਕੋ। ਇਵੇਂ ਢੇਰਾਂ ਦੇ ਵਿੱਚੋਂ ਖੂਨ ਥੱਲੇ ਨੂੰ ਵਗਿਆ ਆਉਂਦਾ ਹੈ ਲਾਸ਼ਾਂ ਦੇ। ਸਾਵਲ ਛੰਦ ਸਰੰਗ ਸੰਗ ਸੂਰੇ। ਕਹਿੰਦੇ ਤੀਰਾਂ ਦੇ ਨਾਲ ਸੂਰਮੇ ਕਰੇ ਮਾਰ ਦੂਰੇ। ਮਾਰ ਕੇ ਦੂਰ ਕਰਦੇ। ਤੇਰੇ ਓਟ ਲੈ ਕੇ। ਫਿਰ ਓਟਾਂ ਲੈ ਕੇ ਅੱਗੇ ਵੱਧਦੇ ਨੇ। ਮਹਾ ਤਰਾਸ ਖੈ ਕੇ। ਪਰ ਬੜੇ ਡਰਦੇ ਨੇ। ਨਹੀਂ ਓਟ ਸਾਹੇ। ਪਰ ਉਤਸ਼ਾਹ ਨਹੀਂ, ਉਹਨਾਂ ਦੇ ਅੰਦਰ ਹੌਸਲਾ ਨਹੀਂ ਹੈ। ਤੇ ਗਰ ਬਿਠਾਹੇ। ਹੰਕਾਰ ਟੁੱਟ ਗਿਆ ਉਹਨਾਂ ਦਾ। ਵਿਚਾਰੀ ਅਸੰਭ ਹੈ। ਕਹਿੰਦੇ ਆਪਸ ਕਹਿੰਦੇ ਬੜਾ ਔਖਾ ਕੰਮ ਬਣਿਆ। ਮਹਾਨੈ ਅਚੰਭ ਹੈ। ਬੜੀ ਹੈਰਾਨੀ ਹੈ। ਹਜ਼ਾਰੋਂ ਪ੍ਰਹਾਰੈ। ਹਜ਼ਾਰਾਂ ਬੰਦੇ ਮਾਰੀ ਜਾਂਦਾ ਗੁਰੂ। ਅੰਬਾਰੈ ਨਿਹਾਰੈ। ਅੰਬਾਰ ਲੱਗੇ ਨੇ ਆਪਣੀਆਂ ਲਾਸ਼ਾਂ ਦੇ। ਕਰੈ ਬਾਰ ਥੋਰੀ। ਬੜਾ ਭਾਰੀ ਯੁੱਧ ਹੋ ਰਿਹਾ ਹੈ। ਮਜੀ ਮਾਰ ਘੋਰੀ। ਬੜੀ ਘੋਰ ਮਾਰ ਮਚੀ ਹੈ। ਜਬੂ ਬੀਚ ਚਾਲੀ। ਕਹਿੰਦੇ ਅੰਦਰ 40 ਬੰਦੇ ਨੇ। ਖੁਦਾ ਤੇ ਬਿਹਾਲੀ। ਉਹ ਵੀ ਭੁੱਖੇ ਭਾਣੇ ਨੇ। ਮਿਲੇ ਪਾਸ ਖਵਾਜੇ। ਤੇ ਖਵਾਜੇ ਇਕੱਠੇ ਹੋ ਕੇ ਗੱਲਾਂ ਕਰਦੇ ਨੇ ਤੁਰਕ। ਕਿਤੇ ਸੈਲ ਰਾਜੇ। ਪਹਾੜੀ ਰਾਜੇ ਵੀ ਨਾਲ। ਤਬੈ ਸਿੰਘ ਹੋਰੇ। ਕਹਿੰਦੇ ਵੀ ਹੋਰ ਸਿੰਘਾਂ ਦਾ ਇੱਕ ਜਥਾ ਨਿਕਲਿਆ। ਐਸੇ ਪੌਰ ਠੌਰੇ। ਉਹ ਦਰਵਾਜ਼ੇ ਤੋਂ ਹੀ ਬਾਹਰ ਆ ਗਿਆ। ਚਲੇ ਬਾਜ ਦੌਰੇ। ਉਹ ਜਿਵੇਂ ਬਾਜ ਜਾਂਦਾ ਏਦਾਂ ਗਏ। ਕਰੇ ਸ਼ਤਰ ਹੋਰੇ। ਵੈਰੀ ਤੇ ਜਾ ਕੇ ਪੈ ਗਏ, ਵੈਰੀ ਨੂੰ ਹੋਲੇ ਪਾਤਾ। ਜਹਾਂ ਠੌਰ ਧਾਵੈ। ਜਿੱਥੇ ਥਾਂ ਦੇ ਸਿੰਘ ਜਾਂਦੇ ਨੇ, ਹੰਗੈ ਚਲਾਵੈ। ਗੋਲੀਆਂ ਚਲਾਉਂਦੇ ਨੇ। ਕਿਲੇ ਕੋ ਟਕਾਵੈ। ਉਹ ਕਿਲੇ ਵੱਲ ਤੱਕ ਕੇ ਵੈਰੀ ਗੋਲੀਆਂ ਚਲਾਉਂਦੇ ਨੇ। ਜੜੇ ਹਾਥ ਅਪਾਵੈ।
ਔਰ ਉੱਪਰ ਚੜ੍ਹਨ ਦੀ ਕੋਸ਼ਿਸ਼ ਕਰਦੇ ਨੇ, ਕਹਾਂ ਕੋ ਪਿਆਨੇ ਉਧਰ ਨੂੰ ਜਾਂਦੇ ਨੇ। ਨਿਕਾਰੀ ਕਿਰਪਾਨੇ ਅਗਰ ਸਿੰਘਾਂ ਨੇ ਤੇਗਾਂ ਧੂ ਲਈਆਂ ਨੇ, ਬਨੇ ਸਾਵਧਾਨੇ ਸਾਵਧਾਨ ਹੋ ਕੇ ਲੋਕੇ ਰਸਾਨੇ ਗੁੱਸੇ ਖਾ ਕੇ ਪਰੇ ਵੀਰ ਧਾਈ ਜਿਹੜੇ ਵੀਰ ਬੈਰੀ ਚੜ੍ਹ ਕੇ ਆਏ ਨੇ ਨਹੀਂ ਸ਼ੰਕ ਪਾਈ ਉਹਨਾਂ ਦੇ ਹੱਥ ਪੈਰ ਟੁੱਟ ਕੇ ਵੱਢ ਕੇ ਸੁੱਟ ਦਿੱਤੇ ਥੱਲੇ। ਬੜੀ ਧੂਮ ਘਾਲੀ ਬੜੀ ਧੂਮ ਮਚੀ ਹੈ, ਬੜੀ ਹਾਲ ਚਾਲੀ ਹਲਚਲ ਮਚ ਗਈ ਹੈ। ਕਰਾ ਚੋਲ ਬਾਏ ਏਕੇ ਖੰਡੇ ਚੱਲ ਰਹੇ ਨੇ, ਕੱਟੇ ਅੰਗ ਲਾਹੇ ਅੰਗ ਕੱਟ ਕੱਟ ਸੁੱਟਦੇ ਨੇ। ਕਤਨ ਕਾਲ ਡਿੱਗੇ ਆ ਕਹਿੰਦੇ ਸੂਰਮੇ ਧਰਤੀ ਤੇ ਡਿੱਗੇ ਨੇ, ਕਨੀ ਸ਼੍ਰੋਣ ਭਿੱਗੇ ਲਹੂ ਨਾਲ ਭਿੱਜ ਗਏ ਨੇ। ਤੇ ਦੌਰ ਜਾਵੈਂ ਜਿੰਨੇ ਦੌੜ ਕੇ ਜਾਂਦੇ ਨੇ ਗੜੀ ਵੱਲ, ਤੇ ਪਾਗ ਧਾਵੈਂ ਉਹਨੇ ਹੀ ਕਹਿੰਦੇ ਮਰਦੇ ਨੇ। ਅਰੇ ਅਗੁਰ ਨਾਹੀ ਅੱਗੇ ਕੋਈ ਖਲੋਂਦਾ ਨਹੀਂ ਗੁਰੂ ਸਾਹਿਬ ਦੇ ਤੀਰਾਂ ਦੇ, ਮਿਲੇ ਪੀਠ ਜਾਹੀ ਪਿੱਠ ਦਿਖਾ ਕੇ ਭੱਜਦੇ ਨੇ। ਲੈ ਸੇਲ ਪਾਲੇ ਉਹ ਸੇਧ ਭਾਲੇ ਲੈ ਕੇ ਆਉਂਦੇ ਨੇ, ਨੇ ਆਨ ਚਾਲੇ ਆ ਕੇ ਮਾਰਦੇ ਨੇ। ਜਦੋਂ ਤੱਕ ਗੋਰੀ ਅੱਗੋਂ ਤੀਰ ਗੋਲੀਆਂ ਚਲਾਉਂਦੇ ਨੇ ਅਜੈ ਸਿੰਘ ਓਰੀ ਸਿੰਘਾਂ ਵੱਲ। ਰਹਿ ਦੂਰ ਠਾਡੇ ਦੂਰ ਖਲੋ ਕੇ ਰਹਿੰਦੇ ਨੇ, ਨੇੜੇ ਜਾਣ ਤੋਂ ਡਰ ਜਾਂਦੇ ਨੇ। ਨਾ ਹੋਇ ਤੀਰ ਗਾਡੇ ਕਹਿੰਦੇ ਕੋਲ ਖਲੋਂਦੇ ਨਹੀਂ। ਮਹਾ ਤੇਜਵੰਤੇ ਬੜੇ ਤੇਜਵੰਤੀ ਸਿੰਘ ਸੂਰਮੇ ਲੋਕੇ ਲਰੰਤੇ ਵੈਰੀ ਨਾਲ ਲੜ ਰਹੇ ਨੇ। ਦੋਹਰਾ ਇਸ ਪ੍ਰਕਾਰ ਕਮਸਾਨ ਕਰ ਇਸ ਤਰ੍ਹਾਂ ਦਾ ਕਮਸਾਨ ਕਰਕੇ ਤਜ ਗੱਡ ਬਾਹਰ ਆਏ ਸਿੰਘਾਂ ਦਾ ਜਥਾ ਫੇਰ ਬਾਹਰ ਨਿਕਲਿਆ। ਕਰੇ ਪ੍ਰਹਾਰੇ ਤੁਰਕ ਗਨ ਵੈਰੀ ਨਾਲ ਯੁੱਧ ਕਰਕੇ ਮਰੈ ਸਿੰਘ ਰਨ ਥਾਈ ਸ਼ਹੀਦੀਆਂ ਪਾ ਗਏ। ਅਰਧ ਸਿੰਘ ਪਹੁੰਚੇ ਸੁਰਗ ਅੱਧੇ ਸਿੰਘ ਸਵਰਗ ਪਹੁੰਚ ਗਏ, ਯਾਨੀ ਕਿ ਦੁਪਹਿਰ ਤੱਕ 20-25 ਸਿੰਘ ਸ਼ਹੀਦ ਹੋ ਗਏ। ਅਰਧ ਗੁਰੂ ਕੇ ਤੀਰ ਅੱਧੇ ਕੁ ਸਿੰਘ ਮਹਾਰਾਜ ਕੋਲ ਰਹਿ ਗਏ ਨੇ। ਹੁਣ ਉਬੈ ਪੁੱਤਰ ਰਸ ਵੀਰ ਮਹਿ ਹੁਣ ਦੋ ਪੁੱਤਰ ਮਹਾਰਾਜ ਦੇ ਵੀਰ ਰਸ ਵਿੱਚ ਆਏ ਕੋਲ ਬੈਠੇ ਨੇ। ਕਹਿ ਲਰਨ ਬਰ ਵੀਰ ਉਹ ਵੈਰੀ ਨਾਲ ਬਾਹਰ ਜਾ ਕੇ ਨਿਕਲਣ ਦੀ ਆਗਿਆ ਮੰਗਣਗੇ ਤੇ ਸ਼ਾਮ ਦੇ ਦੀਵਾਨਾਂ 'ਚ ਸੁਣਾਂਗੇ ਬਾਬਾ ਜੀ ਬਾਬਾ ਅਜੀਤ ਸਿੰਘ ਜੀ ਦਾ ਯੁੱਧ। ਸੋ ਇਤਨੇ ਬਟਨ ਪ੍ਰਵਾਨ ਕਰਨੇ।